ਓਸ਼ੋ ਦੀ ਪੁਸਤਕ ਮੈਂ ਮੌਤ ਸਿਖਾਉਂਦਾ ਹਾਂ। ਮੌਤ ਦਾ ਡਰ ਦੱਸਦਾ ਹੈ ਕਿ ਅਸੀਂ ਜ਼ਿੰਦਗੀ ਤੋਂ ਨਾਵਾਕਫ ਹਾਂ। ਮੌਤ ਦੇ ਡਰ ਦਾ ਇੱਕੋ ਹੀ ਅਰਥ ਹੈ, ਜ਼ਿੰਦਗੀ ਨਾਲੋਂ ਨਾਵਾਕਫੀ। ਤੇ ਜ਼ਿੰਦਗੀ ਸਾਡੇ ਅੰਦਰ ਹਰ ਪਲ ਪ੍ਰਵਾਹਿਤ ਹੋ ਰਹੀ ਹੈ, ਸਾਹ ਸਾਹ ਵਿੱਚ, ਕਣ ਕਣ ਵਿੱਚ, ਚਾਰੇ ਪਾਸੇ, ਅੰਦਰ ਬਾਹਰ, ਹਰ ਪਾਸੇ ਜ਼ਿੰਦਗੀ ਹੈ ਤੇ ਅਸੀਂ ਉਸ ਤੋਂ ਹੀ ਨਾਵਾਕਫ ਹਾਂ। ਇਸ ਦਾ ਇੱਕੋ ਹੀ ਅਰਥ ਹੋ ਸਕਦਾ ਹੈ ਕਿ ਬੰਦਾ ਕਿਸੇ ਗੂੜ੍ਹੀ ਨੀਂਦ ਵਿੱਚ ਹੈ। ਨੀਂਦ ਵਿੱਚ ਹੀ ਹੋ ਸਕਦੀ ਹੈ ਇਹ ਸੰਭਾਵਨਾ ਕਿ ਜੋ ਅਸੀਂ ਹਾਂ ਉਸ ਤੋਂ ਵੀ ਨਾਵਾਕਫ ਹੋਈਏ। ਇਹਦਾ ਇੱਕ ਹੀ ਅਰਥ ਹੋ ਸਕਦਾ ਹੈ ਕਿ ਬੰਦਾ ਕਿਸੇ ਗੂੜ੍ਹੀ ਮੂਰਛਾ ਵਿੱਚ ਹੈ। ਇਸ ਦਾ ਇੱਕ ਹੀ ਅਰਥ ਹੋ ਸਕਦਾ ਹੈ ਕਿ ਬੰਦੇ ਦੇ ਪ੍ਰਾਣਾਂ ਦੀ ਪੂਰੀ ਸ਼ਕਤੀ ਸਚੇਤਨ ਨਹੀਂ ਹੈ, ਅਨਕੌਂਸ਼ੀਅਸ ਹੈ, ਅਚੇਤਨ ਹੈ, ਬੇਹੋਸ਼ ਹੈ। ਇੱਕ ਬੰਦਾ ਸੁੱਤਾ ਹੋਵੇ ਤਾਂ ਉਹਨੂੰ ਫਿਰ ਕੁਝ ਵੀ ਪਤਾ ਨਹੀਂ ਰਹਿ ਜਾਂਦਾ ਕਿ ਮੈਂ ਕੌਣ ਹਾਂ, ਕੀ ਹਾਂ। ਨੀਂਦ ਦੇ ਹਨੇਰੇ 'ਚ ਸਭ ਡੁੱਬ ਜਾਂਦਾ ਹੈ ਤੇ ਉਹਨੂੰ ਕੁਝ ਪਤਾ ਨਹੀਂ ਰਹਿ ਜਾਂਦਾ ਕਿ ਮੈਂ ਹਾਂ ਵੀ ਜਾਂ ਨਹੀਂ ਹਾਂ। ਨੀਂਦ ਦਾ ਪਤਾ ਵੀ ਉਹਨੂੰ ਤਦ ਲੱਗਦਾ ਹੈ ਜਦ ਉਹ ਜਾਗਦਾ ਹੈ। ਤਦ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਸੁੱਤਾ ਸੀ। ਨੀਂਦ ਵਿੱਚ ਤਾਂ ਇਹਦਾ ਵੀ ਪਤਾ ਨਹੀਂ ਲੱਗਦਾ ਕਿ ਮੈਂ ਸੁੱਤਾ ਹਾਂ। ਜਦ ਨਹੀਂ ਸੁੱਤਾ ਸੀ ਤਦ ਪਤਾ ਲੱਗਦਾ ਸੀ ਕਿ ਮੈਂ ਸੌਣ ਜਾ ਰਿਹਾ। ਜਦ ਤੱਕ ਜਾਗਿਆ ਹੋਇਆ ਸੀ ਤਦ ਤੱਕ ਪਤਾ ਸੀ ਕਿ ਅਜੇ ਮੈਂ ਜਾਗ ਰਿਹਾ, ਸੁੱਤਾ ਹੋਇਆ ਨਹੀਂ ਹਾਂ। ਜਿਉਂ ਹੀ ਸੌਂ ਗਿਆ ਉਹਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਸੌਂ ਗਿਆ ਹਾਂ, ਕਿਉਂਕਿ ਜੇਕਰ ਇਹ ਪਤਾ ਲੱਗਦਾ ਰਹੇ ਕਿ ਮੈਂ ਸੌਂ ਗਿਆ ਹਾਂ ਤਾਂ ਉਹਦਾ ਇਹ ਅਰਥ ਹੈ ਕਿ ਬੰਦਾ ਜਾਗਿਆ ਹੋਇਆ ਹੈ, ਸੁੱਤਾ ਹੋਇਆ ਨਹੀਂ ਹੈ। ਨੀਂਦ ਚਲੀ ਜਾਂਦੀ ਹੈ ਤਦ ਪਤਾ ਲੱਗਦਾ ਹੈ ਕਿ ਮੈਂ ਸੁੱਤਾ ਪਿਆ ਸੀ, ਪਰ ਨੀਂਦ 'ਚ ਪਤਾ ਨਹੀਂ ਲੱਗਦਾ ਕਿ ਮੈਂ ਹਾਂ ਵੀ ਜਾਂ ਨਹੀਂ ਹਾਂ। ਜ਼ਰੂਰ ਮਨੁੱਖ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਮੈਂ ਹਾਂ ਜਾਂ ਨਹੀਂ ਹਾਂ ਜਾਂ ਕੀ ਹਾਂ। ਇਸ ਦਾ ਇੱਕ ਹੀ ਅਰਥ ਹੋ ਸਕਦਾ ਹੈ ਕਿ ਕੋਈ ਬਹੁਤ ਗੂੜ੍ਹੀ ਅਧਿਆਤਮਕ ਨੀਂਦ, ਕੋਈ ਸਪਿਰਿਚੁਅਲ ਹਿਪਨੋਟਿਕ ਸਲੀਪ, ਕੋਈ ਅਧਿਆਤਮਕ ਸੰਮੋਹਨ ਦੀ ਊਂਘ ਮਨੁੱਖ ਨੂੰ ਘੇਰੀ ਬੈਠੀ ਹੈ। ਇਸ ਲਈ ਉਹਨੂੰ ਜ਼ਿੰਦਗੀ ਦਾ ਹੀ ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਕੀ ਹੈ। ਨਹੀਂ, ਪਰ ਅਸੀਂ ਨਾ ਕਰਾਂਗੇ। ਅਸੀਂ ਕਹਾਂਗੇ ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ, ਸਾਨੂੰ ਪੂਰੀ ਤਰ੍ਹਾਂ ਪਤਾ ਹੈ ਜ਼ਿੰਦਗੀ ਕੀ ਹੈ। ਅਸੀਂ ਜਿਉਂਦੇ ਹਾਂ, ਚੱਲਦੇ ਹਾਂ, ਉੱਠਦੇ ਹਾਂ, ਬੈਠਦੇ ਹਾਂ, ਸੌਂਦੇ ਹਾਂ। ਇੱਕ ਸ਼ਰਾਬੀ ਵੀ ਚੱਲਦਾ ਹੈ, ਉੱਠਦਾ ਹੈ, ਬੈਠਦਾ ਹੈ, ਚੱਲਦਾ ਹੈ, ਸਾਹ ਲੈਂਦਾ ਹੈ, ਅੱਖਾਂ ਖੋਲ੍ਹਦਾ ਹੈ, ਗੱਲਾਂ ਕਰਦਾ ਹੈ। ਇੱਕ ਪਾਗਲ ਵੀ ਉੱਠਦਾ ਹੈ, ਸੌਂਦਾ ਹੈ, ਸਾਹ ਲੈਂਦਾ ਹੈ, ਗੱਲਾਂ ਕਰਦਾ ਹੈ, ਜਿਉਂਦਾ ਹੈ। ਪਰ ਇਸ ਨਾਲ ਤਾਂ ਸ਼ਰਾਬੀ ਹੋਸ਼ ਵਿੱਚ ਕਿਹਾ ਜਾ ਸਕਦਾ ਹੈ ਤੇ ਨਾ ਪਾਗਲ ਸੁਚੇਤਨ ਹੈ ਇਹ ਕਿਹਾ ਜਾ ਸਕਦਾ ਹੈ। ਇੱਕ ਬਾਦਸ਼ਾਹ ਦੀ ਸਵਾਰੀ ਜਾ ਰਹੀ ਸੀ। ਇੱਕ ਰਾਹ ਤੋਂ ਇੱਕ ਬੰਦਾ ਚੁਰਸਤੇ ਤੇ ਖੜਾ ਹੋ ਕੇ ਪੱਥਰ ਸੁੱਟਣ ਲੱਗਿਆ ਤੇ ਮੰਦੇ ਬੋਲ ਬੋਲਣ ਲੱਗਿਆ ਤੇ ਗਾਲਾਂ ਬਕਣ ਲੱਗਿਆ। ਬਾਦਸ਼ਾਹ ਦੀ ਬੜੀ ਸ਼ੋਭਾ ਯਾਤਰਾ ਸੀ। ਉਸ ਬੰਦੇ ਨੂੰ ਉਸੇ ਵੇਲੇ ਸੈਨਿਕਾਂ ਨੇ ਫੜ ਲਿਆ ਤੇ ਜੇਲ੍ਹ 'ਚ ਸੁੱਟ ਦਿੱਤਾ। ਪਰ ਜਦੋਂ ਗਾਲਾਂ ਕੱਢਦਾ ਸੀ, ਮੰਦੇ ਬੋਲ ਬੋਲਦਾ ਸੀ ਤਾਂ ਬਾਦਸ਼ਾਹ ਹੱਸ ਰਿਹਾ ਸੀ। ਉਹਦੇ ਸੈਨਿਕ ਹੈਰਾਨ ਹੋਏ। ਉਹਦੇ ਵਜ਼ੀਰਾਂ ਨੇ ਕਿਹਾ, ਤੁਸੀਂ ਹੱਸਦੇ ਕਿਉਂ? ਉਸ ਬਾਦਸ਼ਾਹ ਨੇ ਕਿਹਾ, ਜਿੱਥੋਂ ਤੱਕ ਮੈਂ ਸਮਝਦਾ ਉਸ ਬੰਦੇ ਨੂੰ ਪਤਾ ਨਹੀਂ ਹੈ ਕਿ ਉਹ ਕੀ ਕਰ ਰਿਹਾ। ਜਿੱਥੋਂ ਤੱਕ ਮੈਂ ਸਮਝਦਾ ਉਹ ਬੰਦਾ ਨਸ਼ੇ ਵਿੱਚ ਹੈ। ਖੈਰ, ਕੱਲ੍ਹ ਸਵੇਰੇ ਉਹਨੂੰ ਮੇਰੇ ਸਾਹਮਣੇ ਲੈ ਆਉਣਾ। ਅਗਲੀ ਸਵੇਰ ਉਹ ਬੰਦਾ ਬਾਦਸ਼ਾਹ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਗਿਆ। ਬਾਦਸ਼ਾਹ ਉਸ ਤੋਂ ਪੁੱਛਣ ਲੱਗਿਆ, ਕੱਲ੍ਹ ਤੂੰ ਮੈਨੂੰ ਗਾਲਾਂ ਕੱਢਦਾ ਸੀ, ਗੰਦੇ ਸ਼ਬਦ ਬੋਲਦਾ ਸੀ, ਕੀ ਕਾਰਨ ਸੀ ਉਸਦਾ? ਉਸ ਬੰਦੇ ਨੇ ਕਿਹਾ, ਮੈਂ ਤੇ ਗੰਦੇ ਸ਼ਬਦ ਬੋਲਦਾ ਸੀ? ਨਹੀਂ ਮਹਾਰਾਜ, ਮੈਂ ਨਹੀਂ ਰਿਹਾ ਹੋਵਾਂਗਾ। ਇਸ ਲਈ ਮੰਦੇ ਸ਼ਬਦ ਬੋਲੇ ਗਏ ਹੋਣਗੇ। ਮੈਂ ਸ਼ਰਾਬ 'ਚ ਸੀ, ਮੈਂ ਬੇਹੋਸ਼ ਸੀ, ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕੀ ਬੋਲਿਆ। ਮੈਂ ਨਹੀਂ ਸੀ, ਅਸੀਂ ਵੀ ਨਹੀਂ ਹਾਂ। ਨੀਂਦ 'ਚ ਅਸੀਂ ਤੁਰ ਰਹੇ ਹਾਂ, ਬੋਲ ਰਹੇ ਹਾਂ, ਗੱਲ ਕਰ ਰਹੇ ਹਾਂ, ਪ੍ਰੇਮ ਕਰ ਰਹੇ ਹਾਂ, ਘਿਰਨਾ ਕਰ ਰਹੇ ਹਾਂ, ਯੁੱਧ ਕਰ ਰਹੇ ਹਾਂ। ਜੇਕਰ ਕੋਈ ਦੂਰ ਦੇ ਤਾਰੇ ਤੋਂ ਦੇਖੇ ਮਨੁੱਖ ਜਾਤੀ ਨੂੰ ਤਾਂ ਇਹੀ ਸਮਝੇਗਾ ਕਿ ਸਾਰੀ ਮਨੁੱਖ ਜਾਤੀ ਇਸ ਤਰ੍ਹਾਂ ਵਰਤਾਅ ਕਰ ਰਹੀ ਹੈ ਜਿਵੇਂ ਨੀਂਦ 'ਚ ਬੇਹੋਸ਼ੀ 'ਚ ਕੋਈ ਵਰਤਾਅ ਕਰਦਾ ਹੋਵੇ। 3000 ਸਾਲਾਂ ਵਿੱਚ ਮਨੁੱਖ ਜਾਤੀ ਨੇ 15,000 ਯੁੱਧ ਕੀਤੇ ਹਨ। ਇਹ ਜਾਗੇ ਹੋਏ ਮਨੁੱਖ ਦਾ ਲੱਛਣ ਨਹੀਂ ਹੈ। ਜਨਮ ਤੋਂ ਲੈ ਕੇ ਮੌਤ ਤੱਕ ਦੀ ਸਾਰੀ ਕਹਾਣੀ
ਚਿੰਤਾ ਦੀ, ਦੁੱਖ ਦੀ, ਪੀੜ ਦੀ ਕਹਾਣੀ ਹੈ। ਆਨੰਦ ਦਾ ਇੱਕ ਛਿਣ ਵੀ ਹਾਸਲ ਨਹੀਂ ਹੁੰਦਾ, ਆਨੰਦ ਦਾ ਇੱਕ ਕਿਣਕਾ ਵੀ ਨਹੀਂ ਮਿਲਦਾ ਜ਼ਿੰਦਗੀ 'ਚ, ਖਬਰ ਵੀ ਨਹੀਂ ਮਿਲਦੀ ਕਿ ਆਨੰਦ ਕੀ ਹੈ। ਜ਼ਿੰਦਗੀ ਬੀਤ ਜਾਂਦੀ ਹੈ, ਆਨੰਦ ਦੀ ਝਲਕ ਵੀ ਨਹੀਂ ਮਿਲਦੀ। ਇਹ ਬੰਦਾ ਹੋਸ਼ 'ਚ ਨਹੀਂ ਕਿਹਾ ਜਾ ਸਕਦਾ। ਦੁੱਖ, ਚਿੰਤਾ, ਪੀੜ, ਉਦਾਸੀ ਤੇ ਪਾਗਲਪਨ ਸਾਰੇ ਜਨਮ ਤੋਂ ਲੈ ਕੇ ਮੌਤ ਦੀ ਕਹਾਣੀ ਹੈ। ਪਰ ਸ਼ਾਇਦ ਸਾਨੂੰ ਪਤਾ ਨਹੀਂ ਲੱਗਦਾ, ਕਿਉਂਕਿ ਸਾਡੇ ਚਾਰੇ ਪਾਸੇ ਵੀ ਸਾਡੇ ਵਰਗੇ ਹੀ ਸੁੱਤੇ ਹੋਏ ਲੋਕ ਹਨ। ਤੇ ਕਦੇ ਜੇਕਰ ਇੱਕ ਅੱਧ ਜਾਗਿਆ ਹੋਇਆ ਬੰਦਾ ਪੈਦਾ ਹੋ ਜਾਂਦਾ ਹੈ ਤਾਂ ਸਾਨੂੰ ਸੁੱਤੇ ਹੋਏ ਲੋਕਾਂ ਨੂੰ ਇੰਨਾ ਕ੍ਰੋਧ ਆਉਂਦਾ ਹੈ ਉਸ ਜਾਗੇ ਹੋਏ ਬੰਦੇ ਉੱਤੇ ਕਿ ਅਸੀਂ ਬਹੁਤ ਛੇਤੀ ਉਸ ਬੰਦੇ ਦੀ ਹੱਤਿਆ ਕਰ ਦਿੰਦੇ ਹਾਂ। ਅਸੀਂ ਬਹੁਤਾ ਚਿਰ ਉਹਨੂੰ ਬਰਦਾਸ਼ਤ ਨਹੀਂ ਕਰਦੇ। ਜੀਸਸ ਨੂੰ ਅਸੀਂ ਇਸੇ ਲਈ ਸੂਲੀ ਤੇ ਲਮਕਾ ਦਿੰਦੇ ਹਾਂ ਕਿ ਤੇਰਾ ਕਸੂਰ ਹੈ ਕਿ ਤੂੰ ਜਾਗਿਆ ਹੋਇਆ ਬੰਦਾ ਹੈ। ਸਾਨੂੰ ਸੁੱਤੇ ਹੋਏ ਲੋਕਾਂ ਨੂੰ ਤੈਨੂੰ ਦੇਖ ਕੇ ਬੜਾ ਅਪਮਾਨਿਤ ਹੋਣਾ ਪੈਂਦਾ ਹੈ। ਅਸੀਂ ਸੁੱਤੇ ਹੋਏ ਬੰਦਿਆਂ ਦੇ ਲਈ ਤੂੰ ਇੱਕ ਨਿਰਾਦਰੀ ਦਾ ਨਿਸ਼ਾਨ ਬਣ ਜਾਣਾ ਹੈ ਕਿ ਤੁਸੀਂ ਸੁੱਤੇ ਹੋਏ ਲੋਕ ਹੋ। ਤੇਰੀ ਮੌਜੂਦਗੀ ਸਾਡੀ ਨੀਂਦ 'ਚ ਵਿਘਨ ਪਾਉਂਦੀ ਹੈ। ਅਸੀਂ ਤੇਰੀ ਹੱਤਿਆ ਕਰ ਦੇਵਾਂਗੇ। ਅਸੀਂ ਸੁਕਰਾਤ ਨੂੰ ਜ਼ਹਿਰ ਪਿਆ ਕੇ ਮਾਰ ਸੁੱਟਦੇ ਹਾਂ। ਅਸੀਂ ਮਨਸੂਰ ਦੀ ਗਰਦਨ ਕੱਟ ਸੁੱਟਦੇ ਹਾਂ। ਅਸੀਂ ਜਾਗੇ ਹੋਏ ਬੰਦਿਆਂ ਦੇ ਨਾਲ ਉਹੀ ਵਰਤਾਅ ਕਰਦੇ ਹਾਂ ਜੋ ਪਾਗਲਾਂ ਦੀ ਬਸਤੀ ਵਿੱਚ ਉਸ ਬੰਦੇ ਦੇ ਨਾਲ ਹੋਏਗਾ ਜੋ ਪਾਗਲ ਨਹੀਂ ਹੈ। ਤੁਹਾਨੂੰ ਇਹਦਾ ਅੰਦਾਜ਼ਾ ਨਹੀਂ ਹੈ। ਮੇਰੇ ਇੱਕ ਮਿੱਤਰ ਪਾਗਲ ਸਨ ਤੇ ਉਹ ਇੱਕ ਪਾਗਲਖਾਨੇ 'ਚ ਬੰਦ ਕਰ ਦਿੱਤੇ ਗਏ। ਪਾਗਲਖਾਨੇ 'ਚ ਉਹਨਾਂ ਨੇ ਫਿਨਾਇਲ ਦੀ ਇੱਕ ਬਾਲਟੀ ਜੋ ਪਾਗਲਖਾਨੇ 'ਚ ਰੱਖੀ ਸੀ ਉਹ ਪੀ ਗਏ। ਉਹਨੂੰ ਪੀ ਜਾਣ ਨਾਲ ਉਹਨਾਂ ਨੂੰ ਇੰਨੀਆਂ ਉਲਟੀਆਂ ਆਈਆਂ, ਇੰਨੇ ਦਸਤ ਲੱਗੇ ਕਿ 15 ਦਿਨਾਂ ਤੱਕ ਸਾਰਾ ਸਰੀਰ ਤਬਦੀਲ ਹੋ ਗਿਆ। ਉਹਨਾਂ ਦੀ ਸਾਰੀ ਗਰਮੀ ਜਿਵੇਂ ਸਰੀਰ 'ਚੋਂ ਨਿਕਲ ਗਈ ਤੇ ਉਹ ਠੀਕ ਹੋ ਗਏ। ਪਰ ਉਹਨਾਂ ਨੂੰ 6 ਮਹੀਨੇ ਲਈ ਪਾਗਲਖਾਨੇ ਭੇਜਿਆ ਗਿਆ ਸੀ। ਉਹ ਠੀਕ ਹੋ ਗਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਦ ਮੈਂ ਪਾਗਲ ਸੀ ਤਦ ਤੇ ਜਦ ਮੈਂ ਠੀਕ ਹੋ ਗਿਆ, ਉਸ ਪਾਗਲਪਨ ਤੋਂ ਤੇ 3 ਮਹੀਨੇ ਤੱਕ ਠੀਕ ਹੋ ਕੇ ਜਦ ਮੈਂ ਪਾਗਲਪਨ 'ਚ ਰਿਹਾ ਤਦ ਜੋ ਪੀੜ ਮੈਂ ਮਹਿਸੂਸ ਕੀਤੀ ਉਹਦਾ ਹਿਸਾਬ ਲਾਉਣਾ ਬਹੁਤ ਮੁਸ਼ਕਿਲ ਹੈ। ਜਦ ਤੱਕ ਮੈਂ ਪਾਗਲ ਸੀ ਤਦ ਤੱਕ ਕੋਈ ਕਠਿਨਾਈ ਨਹੀਂ ਸੀ, ਕਿਉਂਕਿ ਹੋਰ ਸਾਰੇ ਵੀ ਮੇਰੇ ਵਰਗੇ ਲੋਕ ਸਨ। ਜਦ ਮੈਂ ਠੀਕ ਹੋ ਗਿਆ ਤਦ ਮੈਨੂੰ ਲੱਗਿਆ ਕਿ ਮੈਂ ਕਿੱਥੇ ਹਾਂ, ਕਿਉਂਕਿ ਮੈਂ ਸੌਂ ਰਿਹਾ ਹਾਂ ਤੇ 2 ਬੰਦੇ ਮੇਰੀ ਛਾਤੀ ਤੇ ਸਵਾਰ ਹੋ ਗਏ ਹਨ। ਮੈਂ ਚੱਲ ਰਿਹਾ, ਕੋਈ ਮੈਨੂੰ ਧੱਕੇ ਮਾਰ ਰਿਹਾ ਹੈ। ਇਸ ਸਭ ਦਾ ਮੈਨੂੰ ਪਹਿਲਾਂ ਕੁਝ ਵੀ ਪਤਾ ਨਹੀਂ ਲੱਗਿਆ ਸੀ, ਕਿਉਂਕਿ ਮੈਂ ਵੀ ਪਾਗਲ ਸੀ। ਮੈਨੂੰ ਇਹ ਵੀ ਪਤਾ ਨਹੀਂ ਲੱਗਿਆ ਸੀ ਕਿ ਇਹ ਲੋਕ ਪਾਗਲ ਹਨ ਜਦ ਤੱਕ ਮੈਂ ਪਾਗਲ ਸੀ। ਜਦ ਮੈਂ ਪਾਗਲ ਨਹੀਂ ਰਿਹਾ ਤਾਂ ਮੈਨੂੰ ਪਤਾ ਲੱਗਾ ਕਿ ਸਾਰੇ ਲੋਕ ਪਾਗਲ ਹਨ, ਤੇ ਜਿਵੇਂ ਹੀ ਮੈਂ ਪਾਗਲ ਨਹੀਂ ਰਿਹਾ ਮੈਂ ਉਹਨਾਂ ਸਾਰੇ ਪਾਗਲਾਂ ਦਾ ਸ਼ਿਕਾਰ ਬਣ ਗਿਆ। ਤੇ ਮੇਰੀ ਮੁਸ਼ਕਿਲ ਇਹ ਸੀ ਕਿ ਮੈਨੂੰ ਸਭ ਸਮਝ ਆ ਰਿਹਾ ਸੀ ਕਿ ਹੁਣ ਮੈਂ ਬਿਲਕੁਲ ਠੀਕ ਹਾਂ, ਹੁਣ ਕੀ ਹੋਏਗਾ ਤੇ ਕੀ ਨਹੀਂ ਹੋਏਗਾ, ਤੇ ਹੁਣ ਮੈਂ ਬਾਹਰ ਕਿਵੇਂ ਨਿਕਲਾਂ। ਤੇ ਜੇਕਰ ਮੈਂ ਚੀਕ ਕੇ ਕਹਿੰਦਾ ਕਿ ਮੈਂ ਪਾਗਲ ਨਹੀਂ ਹਾਂ ਤਾਂ ਸਾਰੇ ਪਾਗਲ ਇਹ ਚੀਕ ਕੇ ਕਹਿੰਦੇ ਹਨ ਕਿ ਅਸੀਂ ਪਾਗਲ ਨਹੀਂ ਹਾਂ। ਕੋਈ ਡਾਕਟਰ ਮੰਨਣ ਨੂੰ ਤਿਆਰ ਨਹੀਂ ਸੀ। ਸਾਡੇ ਸਾਰੇ ਪਾਸੇ ਸੁੱਤੇ ਹੋਏ ਲੋਕਾਂ ਦੀ ਭੀੜ ਹੈ ਤੇ ਅਸੀਂ ਇਸ ਲਈ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੁੱਤੇ ਹੋਏ ਲੋਕ ਹਾਂ ਤੇ ਜਾਗੇ ਹੋਏ ਬੰਦੇ ਦੀ ਅਸੀਂ ਛੇਤੀ ਹੀ ਹੱਤਿਆ ਕਰ ਦਿੰਦੇ ਹਾਂ, ਕਿਉਂਕਿ ਉਹ ਬੰਦਾ ਸਾਨੂੰ ਬਹੁਤ ਤਕਲੀਫਦਾਈ ਜਾਪਣ ਲੱਗਦਾ ਹੈ, ਬਹੁਤ ਡਿਸਟਰਬਿੰਗ, ਬਹੁਤ ਵਿਘਨਕਾਰੀ ਜਾਪਣ ਲੱਗਦਾ ਹੈ। ਇੱਕ ਅੰਗਰੇਜ਼ ਵਿਦਵਾਨ ਕੈਨਿਥ ਵਾਕਰ ਨੇ ਇੱਕ ਕਿਤਾਬ ਲਿਖੀ ਹੈ। ਉਸ ਕਿਤਾਬ ਨੂੰ ਇੱਕ ਫਕੀਰ ਗੁਰਜੀਏਫ ਨੂੰ ਸਮਰਪਿਤ ਕੀਤਾ। ਸਮਰਪਣ ਵਿੱਚ, ਡੈਡੀਕੇਸ਼ਨ ਵਿੱਚ ਉਹਨੇ ਜੋ ਸ਼ਬਦ ਲਿਖੇ ਹਨ ਉਹ ਬੜੇ ਅਨੋਖੇ ਹਨ। ਉਸਨੇ ਡੈਡੀਕੇਸ਼ਨ 'ਚ, ਸਮਰਪਣ 'ਚ ਲਿਖਿਆ ਹੈ, ਟੂ ਜਾਰਜ ਗੁਰਜੀਏਫ, ਦ ਡਿਸਟਰਬਰ ਆਫ ਮਾਈ ਸਲੀਪ। ਮੇਰੀ ਨੀਂਦ ਤੋੜਨ ਵਾਲੇ ਜਾਰਜ ਗੁਰਜੀਏਫ ਨੂੰ ਸਮਰਪਿਤ। ਥੋੜੇ ਜਿਹੇ ਲੋਕ ਹੋਏ ਹਨ ਜ਼ਮੀਨ ਉੱਤੇ ਜੋ ਲੋਕਾਂ ਦੀ ਨੀਂਦ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਜੇਕਰ ਤੁਸੀਂ ਕਿਸੇ ਦੀ ਨੀਂਦ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਯਕੀਨਨ ਹੀ ਉਹ ਤੁਹਾਡੇ ਕੋਲੋਂ ਬਦਲਾ ਲਏਗਾ। ਕਿਸੇ ਸੁੱਤੇ ਹੋਏ ਬੰਦੇ ਨੂੰ ਜਗਾਉਣ ਦੀ ਕੋਸ਼ਿਸ਼ ਕਰੋ, ਉਹ ਤੁਹਾਡੀ ਗਰਦਨ ਫੜ ਲਏਗਾ। ਅੱਜ ਤੱਕ ਮਨੁੱਖ ਨੂੰ ਅਧਿਆਤਮਕ ਨੀਂਦ ਤੋਂ ਜਿਨ੍ਹਾਂ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਹਨਾਂ ਦੀਆਂ ਵੀ ਗਰਦਨਾਂ ਫੜ ਲਈਆਂ ਹਨ। ਸਾਡੇ ਦਰਮਿਆਨ ਸਾਨੂੰ ਪਤਾ ਨਹੀਂ ਲੱਗਦਾ, ਇਸੇ ਲਈ
ਕਿ ਅਸੀਂ ਸਾਰੇ ਇੱਕੋ ਜਿਹੀ ਨੀਂਦ ਵਿੱਚ ਸੁੱਤੇ ਹੋਏ ਹਾਂ। ਇੱਕ ਪਿੰਡ ਦੇ ਸੰਬੰਧ 'ਚ ਮੈਂ ਸੁਣਿਆ ਹੈ ਕਿ ਉੱਥੇ ਇੱਕ ਦਿਨ ਇੱਕ ਜਾਦੂਗਰ ਆ ਗਿਆ ਸੀ ਤੇ ਉਸ ਪਿੰਡ ਦੇ ਖੂਹ ਵਿੱਚ ਉਹਨੇ ਇੱਕ ਪੁੜੀ ਪਾ ਦਿੱਤੀ ਸੀ ਤੇ ਕਿਹਾ ਸੀ ਕਿ ਇਸ ਖੂਹ ਦਾ ਪਾਣੀ ਜੋ ਵੀ ਪੀਏਗਾ ਉਹ ਪਾਗਲ ਹੋ ਜਾਏਗਾ। ਇੱਕ ਹੀ ਖੂਹ ਸੀ ਉਸ ਪਿੰਡ ਵਿੱਚ। ਇੱਕ ਖੂਹ ਹੋਰ ਸੀ, ਪਰ ਉਹ ਪਿੰਡ ਦਾ ਖੂਹ ਨਹੀਂ ਸੀ, ਉਹ ਰਾਜੇ ਦੇ ਮਹਿਲ ਵਿੱਚ ਸੀ। ਸ਼ਾਮ ਢਲਣ ਤੱਕ ਪਿੰਡ ਦੇ ਹਰ ਬੰਦੇ ਨੂੰ ਪਾਣੀ ਪੀਣਾ ਪਿਆ, ਭਾਵੇਂ ਪਾਗਲਪਨ ਦੀ ਕੀਮਤ ਤੇ ਵੀ ਪੀਣਾ ਪਵੇ, ਪਰ ਮਜਬੂਰੀ ਸੀ, ਪਿਆਸ ਤਾਂ ਬੁਝਾਉਣੀ ਪਏਗੀ, ਭਾਵੇਂ ਪਾਗਲ ਹੀ ਕਿਉਂ ਨਾ ਹੋ ਜਾਣਾ ਪਵੇ। ਪਿੰਡ ਦੇ ਲੋਕ ਆਪਣੇ ਆਪ ਨੂੰ ਕਦ ਤੱਕ ਰੋਕਦੇ। ਉਹਨਾਂ ਨੇ ਪਾਣੀ ਪੀਤਾ। ਸ਼ਾਮ ਹੋਣ ਤੱਕ ਪੂਰਾ ਪਿੰਡ ਪਾਗਲ ਹੋ ਗਿਆ। ਬਾਦਸ਼ਾਹ ਬਹੁਤ ਖੁਸ਼ ਸੀ, ਉਹਦੀਆਂ ਰਾਣੀਆਂ ਬਹੁਤ ਖੁਸ਼ ਸਨ। ਮਹਿਲ 'ਚ ਗੀਤ ਸੰਗੀਤ ਦਾ ਆਯੋਜਨ ਹੋ ਰਿਹਾ ਸੀ। ਉਹਦੇ ਵਜ਼ੀਰ ਖੁਸ਼ ਸਨ ਕਿ ਅਸੀਂ ਬਚ ਗਏ, ਪਰ ਸ਼ਾਮ ਹੁੰਦੇ ਹੁੰਦੇ ਉਹਨਾਂ ਨੂੰ ਪਤਾ ਲੱਗਿਆ ਕਿ ਗਲਤੀ 'ਚ ਹਨ, ਕਿਉਂਕਿ ਸਾਰਾ ਮਹਿਲ ਸ਼ਾਮ ਹੁੰਦੇ ਹੁੰਦੇ ਪਿੰਡ ਦੇ ਪਾਗਲਾਂ ਨੇ ਘੇਰ ਲਿਆ। ਸਾਰਾ ਪਿੰਡ ਹੋ ਗਿਆ ਪਾਗਲ। ਰਾਜੇ ਦੇ ਪਹਿਰੇਦਾਰ ਤੇ ਸੈਨਿਕ ਵੀ ਪਾਗਲ ਹੋ ਗਏ ਸਨ। ਸਾਰੇ ਪਿੰਡ ਨੇ ਰਾਜੇ ਦੇ ਮਹਿਲ ਨੂੰ ਘੇਰ ਕੇ ਆਵਾਜ਼ ਲਾਈ ਕਿ ਲੱਗਦਾ ਹੈ ਕਿ ਰਾਜੇ ਦਾ ਦਿਮਾਗ ਖਰਾਬ ਹੋ ਗਿਆ। ਅਸੀਂ ਅਜਿਹੇ ਪਾਗਲ ਰਾਜੇ ਨੂੰ ਰਾਜ ਸਿੰਘਾਸਨ ਤੇ ਬਰਦਾਸ਼ਤ ਨਹੀਂ ਕਰ ਸਕਦੇ। ਮਹਿਲ ਦੇ ਉੱਪਰ ਖੜੇ ਹੋ ਕੇ ਰਾਜੇ ਨੇ ਦੇਖਿਆ ਕਿ ਬਚਾਅ ਦਾ ਹੁਣ ਕੋਈ ਉਪਾਅ ਨਹੀਂ ਹੈ। ਰਾਜਾ ਆਪਣੇ ਵਜ਼ੀਰ ਨੂੰ ਪੁੱਛਣ ਲੱਗਾ ਕਿ ਹੁਣ ਕੀ ਹੋਏਗਾ। ਅਸੀਂ ਤਾਂ ਸੋਚਦੇ ਸੀ ਕਿ ਖੁਸ਼ਕਿਸਮਤ ਹਾਂ ਅਸੀਂ ਕਿ ਸਾਡੇ ਕੋਲ ਆਪਣਾ ਖੂਹ ਹੈ। ਅੱਜ ਇਹ ਮਹਿੰਗਾ ਪੈ ਗਿਆ। ਸਾਰੇ ਰਾਜਿਆਂ ਨੂੰ ਇੱਕ ਨਾ ਇੱਕ ਦਿਨ ਵੱਖਰਾ ਖੂਹ ਮਹਿੰਗਾ ਪੈਂਦਾ ਹੈ। ਸਾਰੀ ਦੁਨੀਆ 'ਚ ਪੈ ਰਿਹਾ ਹੈ। ਜੋ ਅਜੇ ਵੀ ਰਾਜੇ ਹਨ, ਕੱਲ ਉਹਨਾਂ ਨੂੰ ਵੀ ਖੂਹ ਮਹਿੰਗਾ ਪਏਗਾ। ਵੱਖਰਾ ਖੂਹ ਖਤਰਨਾਕ ਹੈ। ਪਰ ਤਦ ਤੱਕ ਖਿਆਲ ਨਹੀਂ ਸੀ। ਵਜ਼ੀਰ ਨੂੰ ਰਾਜਾ ਕਹਿਣ ਲੱਗਿਆ, ਕੀ ਹੋਏਗਾ ਹੁਣ? ਵਜ਼ੀਰ ਨੇ ਕਿਹਾ, ਹੁਣ ਕੁਝ ਪੁੱਛਣ ਦੀ ਲੋੜ ਨਹੀਂ ਹੈ। ਤੁਸੀਂ ਭੱਜੋ ਪਿਛਲੇ ਦਰਵਾਜ਼ੇ ਤੋਂ ਤੇ ਪਿੰਡ ਦੇ ਉਸ ਖੂਹ ਦਾ ਪਾਣੀ ਪੀ ਕੇ ਛੇਤੀ ਮੁੜ ਆਓ, ਨਹੀਂ ਤਾਂ ਇਹ ਮਹਿਲ ਖਤਰੇ 'ਚ ਹੈ। ਬਾਦਸ਼ਾਹ ਨੇ ਕਿਹਾ, ਉਸ ਖੂਹ ਦਾ ਪਾਣੀ? ਕੀ ਤੂੰ ਮੈਨੂੰ ਪਾਗਲ ਬਣਾਉਣਾ ਚਾਹੁੰਦਾ? ਵਜ਼ੀਰ ਨੇ ਕਿਹਾ, ਹੁਣ ਪਾਗਲ ਬਣੇ ਬਿਨਾਂ ਬਚਣ ਦਾ ਕੋਈ ਉਪਾਅ ਨਹੀਂ ਹੈ। ਰਾਜਾ ਦੌੜਿਆ, ਉਹਦੀਆਂ ਰਾਣੀਆਂ ਦੌੜੀਆਂ, ਉਹਨਾਂ ਨੇ ਜਾ ਕੇ ਉਸ ਖੂਹ ਦਾ ਪਾਣੀ ਪੀ ਲਿਆ। ਉਸ ਰਾਤ ਉਸ ਪਿੰਡ 'ਚ ਵੱਡਾ ਜਲਸਾ ਮਨਾਇਆ ਗਿਆ। ਸਾਰੇ ਪਿੰਡ ਦੇ ਲੋਕਾਂ ਨੇ ਖੁਸ਼ੀ ਮਨਾਈ, ਵਾਜੇ ਵਜਾਏ, ਗੀਤ ਗਾਏ ਤੇ ਭਗਵਾਨ ਨੂੰ ਧੰਨਵਾਦ ਦਿੱਤਾ ਕਿ ਸਾਡੇ ਰਾਜੇ ਦਾ ਦਿਮਾਗ ਠੀਕ ਹੋ ਗਿਆ, ਕਿਉਂਕਿ ਰਾਜਾ ਵੀ ਭੀੜ ਵਿੱਚ ਨੱਚ ਰਿਹਾ ਸੀ, ਗਾਲਾਂ ਕੱਢ ਰਿਹਾ ਸੀ। ਹੁਣ ਰਾਜੇ ਦਾ ਦਿਮਾਗ ਠੀਕ ਹੋ ਗਿਆ। ਪਰ ਸਾਡੀ ਨੀਂਦ ਸਰਵਜਨਕ ਹੈ, ਕਿਉਂਕਿ ਜਨਮ ਤੋਂ ਸੁੱਤੇ ਹੋਏ ਹਾਂ, ਇਸ ਲਈ ਸਾਨੂੰ ਪਤਾ ਨਹੀਂ ਲੱਗਦਾ। ਇਸ ਨੀਂਦ 'ਚ ਅਸੀਂ ਕੀ ਸਮਝ ਪਾਉਂਦੇ ਹਾਂ ਜ਼ਿੰਦਗੀ ਨੂੰ? ਇੰਨਾ ਹੀ ਕਿ ਇਹ ਸਰੀਰ ਜ਼ਿੰਦਗੀ ਹੈ। ਇਸ ਸਰੀਰ ਦੇ ਅੰਦਰ ਜ਼ਰਾ ਵੀ ਪ੍ਰਵੇਸ਼ ਨਹੀਂ ਹੋ ਪਾਉਂਦਾ। ਇੱਕ ਸਮਝ ਅਜਿਹੀ ਹੈ ਜਿਵੇਂ ਕਿਸੇ ਰਾਜ ਮਹਿਲ ਦੇ ਬਾਹਰ ਕੰਧ ਦੇ ਆਸੇ ਪਾਸੇ ਕੋਈ ਘੁੰਮਦਾ ਹੋਵੇ ਤੇ ਸਮਝਦਾ ਹੋਵੇ ਕਿ ਇਹ ਰਾਜ ਮਹਿਲ ਹੈ। ਕੰਧ ਉੱਤੇ, ਬਾਹਰ ਦੀ ਕੰਧ ਉੱਤੇ, ਚਾਰ ਦੀਵਾਰੀ ਉੱਤੇ, ਛੱਜੇ ਦੇ ਬਾਹਰ ਕੋਈ ਘੁੰਮਦਾ ਹੋਵੇ ਤੇ ਸੋਚਦਾ ਹੋਵੇ ਕਿ ਰਾਜ ਮਹਿਲ ਹੈ, ਤੇ ਛੱਜੇ ਦੀ ਕੰਧ ਨਾਲ ਟਿਕ ਕੇ ਸੌਂ ਜਾਂਦਾ ਹੋਵੇ ਤੇ ਸੋਚਦਾ ਹੋਵੇ ਕਿ ਰਾਜ ਮਹਿਲਾਂ 'ਚ ਆਰਾਮ ਕਰ ਰਿਹਾ। ਸਰੀਰ ਦੇ ਆਸੇ ਪਾਸੇ ਜਿਨ੍ਹਾਂ ਦੀ ਜ਼ਿੰਦਗੀ ਦਾ ਬੋਧ ਹੈ, ਉਸੇ ਨਾ ਸਮਝ ਬੰਦੇ ਵਾਂਗ ਹਨ ਜੋ ਮਹਿਲ ਦੀ ਕੰਧ ਦੇ ਬਾਹਰ ਖੜਾ ਹੋ ਕੇ ਸੋਚਦਾ ਹੋਵੇ ਕਿ ਮਹਿਲ ਦਾ ਮਹਿਮਾਨ ਹੋ ਗਿਆ ਹਾਂ। ਸਰੀਰ ਦੇ ਅੰਦਰ ਸਾਡਾ ਕੋਈ ਪ੍ਰਵੇਸ਼ ਨਹੀਂ ਹੈ। ਅਸੀਂ ਸਰੀਰ ਦੇ ਬਾਹਰ ਜਿਉਂਦੇ ਹਾਂ। ਬਸ ਸਰੀਰ ਦੀ ਤਹਿ, ਬਾਹਰ ਦੀ ਤਹਿ, ਸਰੀਰ ਦੀ ਅੰਦਰ ਦੀ ਤਹਿ ਤੱਕ ਦਾ ਕੋਈ ਪਤਾ ਸਾਨੂੰ ਨਹੀਂ ਲੱਗਦਾ। ਬਸ ਕੰਧ ਦੇ ਬਾਹਰ ਦਾ ਹਿੱਸਾ, ਕੰਧ ਦੇ ਅੰਦਰ ਦਾ ਹਿੱਸਾ ਹੀ ਪਤਾ ਨਹੀਂ ਲੱਗਦਾ। ਮਹਿਲ ਤਾਂ ਬਹੁਤ ਦੂਰ ਹੈ। ਕੰਧ ਦੇ ਬਾਹਰ ਦੇ ਹਿੱਸੇ ਨੂੰ ਹੀ ਅਸੀਂ ਮਹਿਲ ਸਮਝਦੇ ਹਾਂ। ਕੰਧ ਦੇ ਅੰਦਰ ਦੇ ਹਿੱਸੇ ਨਾਲ ਵਾਕਫੀ ਨਹੀਂ ਹੋ ਪਾਉਂਦੇ। ਅਸੀਂ ਆਪਣੇ ਸਰੀਰ ਨੂੰ ਆਪਣੇ ਬਾਹਰ ਤੋਂ ਜਾਣਦੇ ਹਾਂ। ਅਸੀਂ ਕਦੇ ਅੰਦਰ ਖੜੇ ਹੋ ਕੇ ਵੀ ਸਰੀਰ ਨੂੰ ਨਹੀਂ ਦੇਖਿਆ। ਅੰਦਰ ਤੋਂ, ਫਰੋਮ ਵਿਦਿਨ। ਜਿਵੇਂ ਮੈਂ ਇਸ ਕਮਰੇ ਦੇ ਅੰਦਰ ਬੈਠਾ, ਤੁਸੀਂ ਇਸ ਕਮਰੇ ਦੇ ਅੰਦਰ ਬੈਠੇ ਹੋ, ਅਸੀਂ ਇਸ ਕਮਰੇ ਨੂੰ ਅੰਦਰ ਤੋਂ ਦੇਖ ਰਹੇ ਹਾਂ। ਇੱਕ ਬੰਦਾ ਬਾਹਰ ਘੁੰਮ ਰਿਹਾ ਹੈ, ਉਹ ਇਸ ਮਕਾਨ ਨੂੰ ਬਾਹਰ ਤੋਂ ਦੇਖ ਰਿਹਾ ਹੈ। ਬੰਦਾ ਆਪਣੇ ਸਰੀਰ ਦੇ ਘਰ ਵਿੱਚ ਆਪਣੇ ਆਪ ਨੂੰ ਅੰਦਰ ਤੋਂ ਵੀ ਦੇਖਣ ਵਿੱਚ ਸਮਰੱਥ ਨਹੀਂ ਹੋ ਪਾਉਂਦਾ, ਬਾਹਰ ਤੋਂ ਹੀ ਜਾਣਦਾ ਹੈ। ਤੇ ਤਦ ਮੌਤ ਪੈਦਾ ਹੋ ਜਾਂਦੀ ਹੈ,
ਕਿਉਂਕਿ ਜਿਹਨੂੰ ਅਸੀਂ ਬਾਹਰ ਤੋਂ ਜਾਣਦੇ ਹਾਂ ਉਹ ਸਿਰਫ ਖੋਖਾ ਹੈ, ਉਹ ਸਿਰਫ ਬਾਹਰਲਾ ਕੱਪੜਾ ਹੈ, ਉਹ ਸਿਰਫ ਮਕਾਨ ਦੇ ਬਾਹਰ ਦੀ ਕੰਧ ਹੈ, ਘਰ ਦਾ ਮਾਲਕ ਨਹੀਂ। ਘਰ ਦਾ ਮਾਲਕ ਅੰਦਰ ਹੈ। ਉਸ ਅੰਦਰ ਦੇ ਮਾਲਕ ਨਾਲ ਤਾਂ ਸਾਡੀ ਵਾਕਫੀ ਵੀ ਨਹੀਂ ਹੋ ਪਾਉਂਦੀ। ਅੰਦਰ ਦੀ ਕੰਧ ਤੱਕ ਨਾਲ ਵਾਕਫੀ ਨਹੀਂ ਹੋ ਪਾਉਂਦੀ ਤਾਂ ਅੰਦਰ ਦੇ ਮਾਲਕ ਨਾਲ ਕਿਵੇਂ ਵਾਕਫੀ ਹੋਏਗੀ? ਇਹ ਜੋ ਜ਼ਿੰਦਗੀ ਦਾ ਅਨੁਭਵ ਹੈ ਫਰੋਮ ਵਿਦਆਊਟ, ਬਾਹਰੋਂ, ਇਹ ਜ਼ਿੰਦਗੀ ਦਾ ਅਨੁਭਵ ਹੀ ਮੌਤ ਦਾ ਅਨੁਭਵ ਬਣਦਾ ਹੈ। ਇਹ ਜ਼ਿੰਦਗੀ ਦਾ ਅਨੁਭਵ ਜਿਸ ਦਿਨ ਹੱਥੋਂ ਖਿਸਕ ਜਾਂਦਾ ਹੈ, ਕਿਉਂਕਿ ਜਿਸ ਦਿਨ ਇਸ ਘਰ ਨੂੰ ਛੱਡ ਕੇ ਅੰਦਰ ਦੇ ਪ੍ਰਾਣ ਸੁੰਗੜਦੇ ਹਨ ਤੇ ਬਾਹਰ ਦੀ ਕੰਧ ਤੋਂ ਚੇਤਨਾ ਅੰਦਰ ਚਲੀ ਜਾਂਦੀ ਹੈ, ਉਸੇ ਦਿਨ ਬਾਹਰ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਮਰ ਗਿਆ ਬੰਦਾ, ਤੇ ਉਸ ਬੰਦੇ ਨੂੰ ਵੀ ਪਤਾ ਲੱਗਦਾ ਹੈ ਕਿ ਮਰਿਆ ਮਰਿਆ ਮਰਿਆ, ਕਿਉਂਕਿ ਜਿਹਨੂੰ ਉਹ ਜ਼ਿੰਦਗੀ ਸਮਝਦਾ ਸੀ ਉੱਥੋਂ ਤੋਂ ਚੇਤਨਾ ਅੰਦਰ ਖਿਸਕਣ ਲੱਗਦੀ ਹੈ। ਜਿਸ ਤਲ ਤੇ ਉਹਨੂੰ ਪਤਾ ਸੀ ਕਿ ਜ਼ਿੰਦਗੀ ਹੈ, ਉਸ ਤਲ ਤੋਂ ਚੇਤਨਾ ਅੰਦਰ ਖਿਸਕਣ ਲੱਗਦੀ ਹੈ ਨਵੇਂ ਸਫ਼ਰ ਦੀ ਤਿਆਰੀ ਵਿੱਚ, ਤੇ ਉਹਦੇ ਪ੍ਰਾਣ ਚੀਕਣ ਲੱਗਦੇ ਹਨ ਕਿ ਮਰਿਆ ਗਿਆ, ਸਭ ਡੁੱਬਦਾ ਹੈ। ਕਿਉਂਕਿ ਜਿਹਨੂੰ ਉਹ ਸਮਝਦਾ ਸੀ ਕਿ ਮੈਂ ਜ਼ਿੰਦਗੀ ਹਾਂ, ਉਹ ਡੁੱਬ ਰਿਹਾ ਹੈ, ਉਹ ਛੁੱਟ ਰਿਹਾ ਹੈ। ਬਾਹਰ ਦੇ ਲੋਕ ਸਮਝਦੇ ਹਨ ਕਿ ਇਹ ਬੰਦਾ ਮਰ ਗਿਆ, ਤੇ ਉਹ ਬੰਦਾ ਵੀ ਮਰਦੇ ਛਿਨ ਵਿੱਚ, ਇਸ ਮਰਨ ਦੇ ਛਿਨ ਵਿੱਚ, ਇੱਕ ਤਬਦੀਲੀ ਦੇ ਛਿਨ 'ਚ ਸਮਝਦਾ ਹੈ ਕਿ ਮੈਂ ਮਰਿਆ, ਮੈਂ ਮਰਿਆ, ਮੈਂ ਗਿਆ। ਇਹ ਜੋ ਦੇਹ ਹੈ ਸਾਡੀ, ਇਹ ਜੋ ਸਰੀਰ ਹੈ, ਇਹ ਸਰੀਰ ਸਾਡਾ ਅਸਲੀ ਹੋਣਾ ਨਹੀਂ ਹੈ। ਇਹ ਸਾਡੀ ਆਥੈਂਟਿਕ ਬੀਇੰਗ ਨਹੀਂ ਹੈ। ਡੂੰਘਾਈ 'ਚ ਇਸ ਨਾਲੋਂ ਬਹੁਤ ਵੱਖਰੀ ਤੇ ਬਿਲਕੁਲ ਵੱਖਰੀ ਤਰ੍ਹਾਂ ਦੀ ਸਾਡੀ ਸ਼ਖਸੀਅਤ ਹੈ। ਇਸ ਸਰੀਰ ਤੋਂ ਬਿਲਕੁਲ ਉਲਟ ਸਾਡੀ ਜ਼ਿੰਦਗੀ ਹੈ। ਇੱਕ ਬੀਜ ਨੂੰ ਅਸੀਂ ਦੇਖਦੇ ਹਾਂ, ਬੀਜ ਦੇ ਉੱਪਰਲੀ ਤਹਿ ਹੁੰਦੀ ਹੈ ਬਹੁਤ ਸਖਤ, ਤਾਂ ਜੋ ਅੰਦਰ ਜੋ ਛੁਪਿਆ ਹੋਇਆ ਜ਼ਿੰਦਗੀ ਦਾ ਅੰਕੁਰ ਹੈ, ਕੋਮਲ, ਡੈਲੀਕੇਟ, ਉਹਦੀ ਰਾਖੀ ਕਰ ਸਕੇ। ਅੰਦਰ ਤਾਂ ਅੰਕੁਰ ਤਾਂ ਹੁੰਦਾ ਹੈ ਬਹੁਤ ਕੋਮਲ, ਤੇ ਉਹਦੀ ਰਾਖੀ ਦੇ ਲਈ ਬਹੁਤ ਸਖਤ ਕੰਧ, ਇੱਕ ਘੇਰਾ, ਇੱਕ ਪਰਤ ਬੀਜ ਦੇ ਉੱਪਰ ਚੜੀ ਹੁੰਦੀ ਹੈ। ਉਹ ਜੋ ਪਰਤ ਹੈ ਉਹ ਬੀਜ ਨਹੀਂ ਹੈ, ਤੇ ਜੋ ਉਸ ਪਰਤ ਨੂੰ ਹੀ ਬੀਜ ਸਮਝ ਲਏਗਾ ਉਹ ਕਦੀ ਵੀ ਇਸ ਜ਼ਿੰਦਗੀ ਦੇ ਅੰਕੁਰ ਤੋਂ ਵਾਕਫ ਨਹੀਂ ਹੋ ਸਕੇਗਾ ਜੋ ਅੰਦਰ ਛੁਪਿਆ ਹੈ। ਉਸ ਪਰਤ ਨੂੰ ਹੀ ਲੈ ਕੇ ਬੈਠ ਜਾਏਗਾ ਤੇ ਅੰਕੁਰ ਕਦੇ ਪੈਦਾ ਨਹੀਂ ਹੋਏਗਾ। ਨਹੀਂ, ਪਰਤ ਬੀਜ ਨਹੀਂ ਹੈ, ਬਲਕਿ ਸੱਚ ਤਾਂ ਇਹ ਹੈ ਕਿ ਜਦ ਬੀਜ ਪੈਦਾ ਹੁੰਦਾ ਤਾਂ ਪਰਤ ਨੂੰ ਮਿਟ ਜਾਣਾ ਪੈਂਦਾ ਹੈ, ਟੁੱਟ ਜਾਣਾ ਪੈਂਦਾ ਹੈ, ਖਿਲਰ ਜਾਣਾ ਪੈਂਦਾ ਹੈ, ਮਿੱਟੀ 'ਚ ਗਲ ਜਾਣਾ ਪੈਂਦਾ ਹੈ। ਜਦ ਪਰਤ ਗਲ ਜਾਂਦੀ ਹੈ ਤਦ ਬੀਜ ਅੰਦਰ ਤੋਂ ਪ੍ਰਗਟ ਹੁੰਦਾ ਹੈ। ਇਹ ਸਰੀਰ ਇੱਕ ਬੀਜ ਹੈ। ਜ਼ਿੰਦਗੀ, ਚੇਤਨਾ ਤੇ ਆਤਮਾ ਦਾ ਇੱਕ ਅੰਕੁਰ ਅੰਦਰ ਹੈ, ਪਰ ਅਸੀਂ ਇਸ ਪਰਤ ਨੂੰ ਹੀ ਬੀਜ ਸਮਝ ਕੇ ਨਸ਼ਟ ਹੋ ਜਾਂਦੇ ਹਾਂ, ਤੇ ਉਹ ਅੰਕੁਰ ਪੈਦਾ ਵੀ ਨਹੀਂ ਹੋ ਪਾਉਂਦਾ, ਉਹ ਅੰਕੁਰ ਫੁੱਟ ਵੀ ਨਹੀਂ ਪਾਉਂਦਾ। ਜਦੋਂ ਅੰਕੁਰ ਫੁੱਟਦਾ ਹੈ ਤਾਂ ਜ਼ਿੰਦਗੀ ਦਾ ਅਹਿਸਾਸ ਹੁੰਦਾ ਹੈ। ਜਦੋਂ ਅੰਕੁਰ ਫੁੱਟਦਾ ਹੈ ਤਾਂ ਮਨੁੱਖ ਦਾ ਬੀਜ ਹੋਣਾ ਖਤਮ ਹੁੰਦਾ ਹੈ ਤੇ ਮਨੁੱਖ ਬਿਰਛ ਬਣਦਾ ਹੈ। ਜਦ ਤੱਕ ਮਨੁੱਖ ਬੀਜ ਹੈ ਤਦ ਤੱਕ ਉਹ ਸਿਰਫ ਇੱਕ ਪੋਟੈਂਸ਼ੀਅਲਿਟੀ, ਇੱਕ ਸੰਭਾਵਨਾ ਹੈ, ਤੇ ਜਦ ਉਹਦੇ ਅੰਦਰ ਬਿਰਛ ਪੈਦਾ ਹੁੰਦਾ ਹੈ ਜ਼ਿੰਦਗੀ ਦਾ, ਤਦ ਉਹ ਅਸਲੀਅਤ ਬਣਦਾ ਹੈ। ਉਸ ਅਸਲੀਅਤ ਨੂੰ ਕੋਈ ਆਤਮਾ ਕਹਿੰਦਾ ਹੈ, ਉਸ ਅਸਲੀਅਤ ਨੂੰ ਕੋਈ ਪਰਮਾਤਮਾ ਕਹਿੰਦਾ ਹੈ। ਮਨੁੱਖ ਹੈ ਬੀਜ ਪਰਮਾਤਮਾ ਦਾ। ਮਨੁੱਖ ਸਿਰਫ ਬੀਜ ਹੈ। ਜ਼ਿੰਦਗੀ ਦਾ ਪੂਰਾ ਅਨੁਭਵ ਤਾਂ ਬਿਰਛ ਨੂੰ ਹੋਏਗਾ, ਬੀਜ ਨੂੰ ਕੀ ਹੋ ਸਕਦਾ ਹੈ? ਬੀਜ ਕੀ ਜਾਣ ਸਕਦਾ ਹੈ ਬਿਰਛ ਦੇ ਆਨੰਦ ਨੂੰ? ਬੀਜ ਕੀ ਜਾਣ ਸਕਦਾ ਹੈ ਕਿ ਆਉਣਗੇ ਪੱਤੇ ਹਰੇ ਜਿਨ੍ਹਾਂ ਉੱਪਰ ਸੂਰਜ ਦੀਆਂ ਕਿਰਨਾਂ ਨੱਚਣਗੀਆਂ? ਬੀਜ ਕੀ ਜਾਣ ਸਕਦਾ ਹੈ ਕਿ ਹਵਾਵਾਂ ਵਗਣਗੀਆਂ ਪੱਤਿਆਂ ਤੇ ਟਹਿਣੀਆਂ ਤੋਂ, ਤੇ ਪ੍ਰਾਣ ਸੰਗੀਤ ਵਿੱਚ ਗੂੰਜਣਗੇ? ਬੀਜ ਕਿਵੇਂ ਜਾਣ ਸਕਦਾ ਹੈ ਕਿ ਖਿੜਨਗੇ ਫੁੱਲ ਤੇ ਆਕਾਸ਼ ਦੇ ਤਾਰਿਆਂ ਨੂੰ ਮਾਤ ਕਰ ਦੇਣਗੇ? ਬੀਜ ਕਿਵੇਂ ਜਾਣ ਸਕਦਾ ਹੈ ਕਿ ਪੰਛੀ ਗੀਤ ਗਾਉਣਗੇ ਤੇ ਮੁਸਾਫਿਰ ਛਾਂ ਹੇਠ ਆਰਾਮ ਕਰਨਗੇ? ਬੀਜ ਕਿਵੇਂ ਜਾਣ ਸਕਦਾ ਹੈ ਬਿਰਛ ਦੇ ਅਨੁਭਵ ਨੂੰ? ਬੀਜ ਕਿਵੇਂ ਜਾਣ ਸਕਦਾ ਹੈ? ਬੀਜ ਨੂੰ ਤਾਂ ਕੁਝ ਵੀ ਪਤਾ ਨਹੀਂ, ਉਹ ਤਾਂ ਸੁਪਨਾ ਵੀ ਨਹੀਂ ਦੇਖ ਸਕਦਾ ਉਹਦਾ ਜੋ ਬਿਰਛ ਹੋਣ ਤੇ ਸੰਭਵ ਹੋਏਗਾ। ਉਹ ਤਾਂ ਬਿਰਛ ਹੋ ਕੇ ਹੀ ਜਾਣਿਆ ਜਾ ਸਕਦਾ ਹੈ। ਬੰਦਾ ਜ਼ਿੰਦਗੀ ਨੂੰ ਨਹੀਂ ਜਾਣਦਾ ਕਿਉਂਕਿ ਉਹਨੇ ਬੀਜ ਨੂੰ ਹੀ ਆਪਣੀ ਸੰਪੂਰਨਤਾ ਸਮਝ ਲਿਆ। ਉਹ ਤਾਂ ਜ਼ਿੰਦਗੀ ਨੂੰ ਤਦੇ ਜਾਣੇਗਾ ਜਦ ਅੰਦਰ ਦੀ ਜ਼ਿੰਦਗੀ ਦਾ ਪੂਰਾ ਬਿਰਛ ਪ੍ਰਗਟ ਹੋਵੇ। ਪਰ ਅੰਦਰ ਦੀ ਜ਼ਿੰਦਗੀ ਦਾ ਬਿਰਛ ਪ੍ਰਗਟ ਹੋਣਾ ਤਾਂ ਦੂਰ, ਅੰਦਰ ਕੁਝ ਹੈ
ਸਰੀਰ ਤੋਂ ਜੁਦਾ ਤੇ ਵੱਖਰਾ। ਇਹਦਾ ਸਾਨੂੰ ਕੋਈ ਬੋਧ ਹੀ ਨਹੀਂ ਹੋ ਪਾਉਂਦਾ, ਇਹਦੀ ਸਾਨੂੰ ਕੋਈ ਯਾਦ, ਇਹਦਾ ਕੋਈ ਚੇਤਾ, ਇਹਦੀ ਕੋਈ ਰਿਮੈਂਬਰਿੰਗ ਹੀ ਨਹੀਂ ਹੋ ਪਾਉਂਦੀ ਕਿ ਵੱਖਰਾ ਵੀ ਕੁਛ ਹੈ ਸਰੀਰ ਤੋਂ ਜੁਦਾ। ਜ਼ਿੰਦਗੀ ਦੀ ਕੋਈ ਸਮੱਸਿਆ ਜੋ ਅੰਦਰ ਹੈ ਉਹਦੇ ਅਨੁਭਵ ਦੀ ਸਮੱਸਿਆ ਹੈ, ਜੋ ਅੰਦਰ ਹੈ ਉਹਦੇ ਅਨੁਭਵ ਦੀ ਸਮੱਸਿਆ ਹੈ ਜ਼ਿੰਦਗੀ ਦੀ ਸਮੱਸਿਆ। ਤੇ ਅਸੀਂ ਜ਼ਿੰਦਗੀ ਨੂੰ ਮੰਨ ਲੈਂਦੇ ਹਾਂ ਉਹ ਜੋ ਕਿ ਬਾਹਰ ਫੈਲਿਆ ਹੋਇਆ ਹੈ। ਇੱਕ ਬਿਰਛ ਤੋਂ ਮੈਂ ਪੁੱਛਿਆ ਤੇਰੀ ਜ਼ਿੰਦਗੀ ਕਿੱਥੇ ਹੈ? ਬਿਰਛ ਕਹਿਣ ਲੱਗਿਆ ਉਹਨਾਂ ਜੜ੍ਹਾਂ 'ਚ ਜੋ ਨਜ਼ਰ ਨਹੀਂ ਆਉਂਦੀਆਂ। ਜੜ੍ਹਾਂ ਨਜ਼ਰ ਨਹੀਂ ਆਉਂਦੀਆਂ ਉੱਥੇ ਜ਼ਿੰਦਗੀ ਹੈ। ਬਿਰਛ ਜੋ ਨਜ਼ਰ ਆਉਂਦਾ ਹੈ ਉਹ ਉੱਥੋਂ ਜ਼ਿੰਦਗੀ ਲੈਂਦਾ ਹੈ, ਜੋ ਅਦ੍ਰਿਸ਼ ਹੈ। ਮਾਓ ਤਸੇ ਤੁੰਗ ਨੇ ਆਪਣੇ ਬਚਪਨ ਦੀ ਇੱਕ ਘਟਨਾ ਲਿਖੀ ਹੈ ਕਿ ਮੇਰੀ ਮਾਂ ਦੀ ਝੌਂਪੜੀ ਦੇ ਕੋਲ ਇੱਕ ਬਗੀਚੀ ਸੀ। ਉਹਨੇ ਜ਼ਿੰਦਗੀ ਭਰ ਉਸ ਬਗੀਚੀ ਨੂੰ ਸੰਭਾਲਿਆ ਸੀ। ਉਹਦੇ ਫੁੱਲ ਇੰਨੇ ਵੱਡੇ ਤੇ ਪਿਆਰੇ ਹੁੰਦੇ ਸਨ ਕਿ ਦੂਰ ਦੂਰ ਦੇ ਪਿੰਡਾਂ ਤੋਂ ਲੋਕ ਦੇਖਣ ਆਉਂਦੇ ਸਨ। ਤੇ ਬਗੀਚੀ ਦੇ ਕੋਲੋਂ ਲੰਘਦਾ ਹੋਇਆ ਅਜਿਹਾ ਸਖਤ ਬੰਦਾ ਕਦੇ ਨਹੀਂ ਦੇਖਿਆ ਗਿਆ ਜੋ 2 ਘੜੀ ਠਹਿਰ ਨਾ ਗਿਆ ਹੋਵੇ ਉਹਨਾਂ ਫੁੱਲਾਂ ਨੂੰ ਵੇਖ ਕੇ। ਮਾਂ ਬੁੱਢੀ ਹੋ ਗਈ, ਬਿਮਾਰ ਹੋ ਗਈ। ਮਾਓ ਛੋਟਾ ਸੀ ਪਰ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਫਿਕਰ ਨਾ ਕਰ, ਘਰ ਵਿੱਚ ਹੋਰ ਵੱਡਾ ਤਾਂ ਕੋਈ ਨਹੀਂ ਸੀ। ਉਹਨੇ ਕਿਹਾ ਫਿਕਰ ਨਾ ਕਰ, ਤੂੰ ਫਿਕਰ ਨਾ ਕਰ ਪੌਦਿਆਂ ਦੀ, ਮੈਂ ਉਹਨਾਂ ਦੀ ਫਿਕਰ ਕਰ ਲਵਾਂਗਾ। 15 ਦਿਨਾਂ ਬਾਅਦ ਮਾਂ ਉੱਠੀ। ਮਾਓ ਦਿਨ ਭਰ ਬਗੀਚੇ 'ਚ ਮਿਹਨਤ ਕਰਦਾ ਰਹਿੰਦਾ, ਦਿਨ ਰਾਤ, ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ। ਮਾਂ ਬੇਫਿਕਰ ਸੀ। ਪਰ ਜਿਸ ਦਿਨ 15 ਦਿਨਾਂ ਬਾਅਦ ਉੱਠ ਕੇ ਉਹ ਬਗੀਚੀ 'ਚ ਆਈ ਤਾਂ ਦੇਖਿਆ ਕਿ ਬਗੀਚੀ ਪੂਰੀ ਮੁਰਝਾ ਗਈ ਹੈ। ਫੁੱਲ ਤਾਂ ਜਾ ਚੁੱਕੇ ਕਦੋਂ ਦੇ, ਪੱਤੇ ਵੀ ਮੁਰਦਾ ਹੋ ਗਏ ਹਨ। ਸਾਰੇ ਬਿਰਛ ਉਦਾਸੇ ਖੜੇ ਹਨ। ਅਜਿਹਾ ਹੀ ਲੱਗਿਆ ਹੋਏਗਾ ਉਸ ਬੁੱਢੀ ਨੂੰ ਕਿ ਜਿਹਾ ਅੱਜ ਜੇਕਰ ਕਿਸੇ ਦੇ ਕੋਲ ਅੱਖਾਂ ਹੋਣ ਤਾਂ ਸਾਰੇ ਮਨੁੱਖਾਂ ਦੀ ਬਗੀਚੀ ਨੂੰ ਦੇਖ ਕੇ ਲੱਗੇਗਾ। ਸਾਰੇ ਫੁੱਲ ਝੜ ਗਏ, ਸਾਰੇ ਪੱਤੇ ਮੁਰਝਾ ਗਏ, ਸਾਰੇ ਬਿਰਛ ਉਦਾਸੇ ਖੜੇ ਹਨ। ਉਹ ਤਾਂ ਦੁਹੱਥੜ ਮਾਰ ਕੇ ਰੋਣ ਲੱਗੀ ਕਿ ਇਹ ਤੂੰ ਕੀ ਕੀਤਾ ਤੇ ਤੂੰ ਸਵੇਰ ਤੋਂ ਸ਼ਾਮ ਤੱਕ ਕਰਦਾ ਕੀ ਸੀ? ਮਾਓ ਵੀ ਰੋਣ ਲੱਗਿਆ। ਉਹਨੇ ਕਿਹਾ ਮੈਂ ਬਹੁਤ ਕੁਝ ਕੀਤਾ ਜੋ ਮੈਂ ਕਰ ਸਕਦਾ ਸੀ। ਇੱਕ ਇੱਕ ਫੁੱਲ ਦੀ ਧੂੜ ਝਾੜਦਾ ਸੀ, ਇੱਕ ਇੱਕ ਪੱਤੇ ਦੀ ਧੂੜ ਝਾੜਦਾ ਸੀ, ਇੱਕ ਇੱਕ ਫੁੱਲ ਨੂੰ ਚੁੰਮਦਾ ਸੀ, ਇੱਕ ਇੱਕ ਫੁੱਲ ਤੇ ਪਾਣੀ ਛਿੜਕਦਾ ਸੀ, ਪਰ ਪਤਾ ਨਹੀਂ ਕੀ ਹੋਇਆ, ਇੰਨੀ ਮਿਹਨਤ ਤੇ ਸਾਰੇ ਬਿਰਛ ਮੁਰਝਾ ਗਏ। ਉਹਦੀ ਮਾਂ ਰੋਂਦੀ ਹੋਈ ਵੀ ਹੱਸਣ ਲੱਗੀ। ਉਹਨੇ ਕਿਹਾ ਪਾਗਲਾ, ਸ਼ਾਇਦ ਤੈਨੂੰ ਪਤਾ ਨਹੀਂ ਕਿ ਬਿਰਛਾਂ ਦੇ ਪ੍ਰਾਣ ਪੱਤਿਆਂ ਤੇ ਫੁੱਲਾਂ 'ਚ ਨਹੀਂ ਹੁੰਦੇ। ਬਿਰਛਾਂ ਦੇ ਪ੍ਰਾਣ ਜੜ੍ਹਾਂ 'ਚ ਹੁੰਦੇ ਹਨ ਜੋ ਨਜ਼ਰੀ ਨਹੀਂ ਆਉਂਦੀਆਂ। ਤੂੰ ਫੁੱਲ ਤੇ ਪੱਤਿਆਂ ਨੂੰ ਪਾਣੀ ਦੇਏਂਗਾ, ਤੂੰ ਫੁੱਲ ਤੇ ਪੱਤਿਆਂ ਨੂੰ ਚੁੰਮੇਂਗਾ ਤੇ ਪ੍ਰੇਮ ਕਰੇਂਗਾ ਤਾਂ ਸਭ ਫਜ਼ੂਲ ਹੈ। ਫੁੱਲ ਪੱਤੇ ਦੀ ਫਿਕਰ ਹੀ ਨਾ ਕਰ। ਜੇਕਰ ਅਦ੍ਰਿਸ਼ ਜੜ੍ਹਾਂ ਸ਼ਕਤੀਸ਼ਾਲੀ ਹੁੰਦੀਆਂ ਚਲੀਆਂ ਜਾਣ ਤਾਂ ਫੁੱਲ ਪੱਤੇ ਆਪਣੇ ਆਪ ਨਿਕਲ ਆਉਂਦੇ ਹਨ, ਉਹਨਾਂ ਦੀ ਫਿਕਰ ਨਹੀਂ ਕਰਨੀ ਪੈਂਦੀ। ਪਰ ਬੰਦਿਆਂ ਨੇ ਜ਼ਿੰਦਗੀ ਨੂੰ ਬਾਹਰ ਦਾ ਸਾਰਾ ਫੁੱਲ ਪੱਤੇ ਦਾ ਫੈਲਾਅ ਸਮਝਿਆ ਤੇ ਅੰਦਰ ਦੀਆਂ ਜੜ੍ਹਾਂ ਬਿਲਕੁਲ ਅਣਗੌਲੀਆਂ ਹਨ, ਨਿਗਲੈਕਟਡ ਹਨ। ਬੰਦੇ ਦੇ ਅੰਦਰ ਦੀਆਂ ਜੜ੍ਹਾਂ ਬਿਲਕੁਲ ਹੀ ਅਣਗੌਲੀਆਂ ਪਈਆਂ ਹਨ। ਯਾਦ ਹੀ ਨਹੀਂ ਕਿ ਅੰਦਰ ਵੀ ਮੈਂ ਕੁਝ ਹਾਂ ਤੇ ਜੋ ਵੀ ਹੈ ਉਹ ਅੰਦਰ ਹੈ। ਸੱਚ ਅੰਦਰ ਹੈ, ਸ਼ਕਤੀ ਅੰਦਰ ਹੈ, ਜ਼ਿੰਦਗੀ ਦੀ ਸਾਰੀ ਸਮਰੱਥਾ ਅੰਦਰ ਹੈ। ਉੱਥੋਂ ਪ੍ਰਗਟ ਹੋ ਸਕਦੀ ਹੈ ਬਾਹਰ। ਬਾਹਰ ਪ੍ਰਗਟ ਹੋਣਾ ਹੁੰਦਾ ਹੈ, ਹੋਣਾ ਅੰਦਰ ਹੈ, ਬੀਇੰਗ ਅੰਦਰ ਹੈ, ਬਿਕਮਿੰਗ ਬਾਹਰ ਹੁੰਦੀ ਹੈ। ਉਹ ਜੋ ਹਕੀਕਤ ਹੈ ਉਹ ਅੰਦਰ ਹੈ, ਜੋ ਫੈਲਦਾ ਹੈ ਤੇ ਜੋ ਪ੍ਰਗਟ ਹੁੰਦਾ ਹੈ। ਮੈਨੀਫੈਸਟੇਸ਼ਨ ਜੋ ਹੈ ਉਹ ਬਾਹਰ ਹੈ। ਬਾਹਰ ਹੈ ਪ੍ਰਗਟਾ, ਆਤਮਾ ਤਾਂ ਅੰਦਰ ਹੈ। ਤੇ ਬਾਹਰ ਦੇ ਪ੍ਰਗਟਾ ਨੂੰ ਹੀ ਜੋ ਜ਼ਿੰਦਗੀ ਸਮਝ ਲੈਂਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਪੀੜਤ ਹੁੰਦੀ ਹੈ। ਉਹ ਜੀਂਦੇ ਹਨ ਤਦ ਵੀ ਮਰੇ ਤੇ ਡਰੇ ਹੋਏ ਕਿ ਕਦੇ ਵੀ ਮਰ ਜਾਵਾਂਗੇ, ਕਿਸੇ ਵੀ ਛਿਨ ਮਰ ਜਾਵਾਂਗੇ। ਤੇ ਇਹੀ ਮਰਨ ਤੋਂ ਡਰੇ ਹੋਏ ਲੋਕ ਕਿਸੇ ਦੀ ਮੌਤ ਤੇ ਰੋਂਦੇ ਤੇ ਪਰੇਸ਼ਾਨ ਹੁੰਦੇ ਹਨ। ਇਹ ਕਿਸੇ ਹੋਰ ਦੀ ਮੌਤ ਤੇ ਰੋਂਦੇ ਤੇ ਪਰੇਸ਼ਾਨ ਨਹੀਂ ਹੋ ਰਹੇ ਹਨ। ਹਰ ਮੌਤ ਇਹਨਾਂ ਦੀ ਮੌਤ ਦੀ ਖਬਰ ਲੈ ਆਉਂਦੀ ਹੈ। ਹਰ ਮੌਤ ਇਹਨਾਂ ਨੂੰ ਖਬਰ ਲਿਆਉਂਦੀ ਹੈ ਕਿ ਇਹਨਾਂ ਦੀ ਮੌਤ ਤੇ ਜੋ ਆਪਣੇ ਹਨ, ਬਹੁਤ ਨੇੜੇ ਹਨ, ਉਹਨਾਂ ਦੀ ਮੌਤ ਤਾਂ ਬਹੁਤ ਜ਼ੋਰ ਨਾਲ ਖਬਰ ਲਿਆਉਂਦੀ ਹੈ ਆਪਣੀ ਮੌਤ ਦੀ। ਤੇ ਤਦ ਪ੍ਰਾਣ ਅੰਦਰ ਕੰਬ ਜਾਂਦੇ ਹਨ, ਤਦ ਭੈ ਫੜ ਲੈਂਦਾ ਹੈ, ਤਦ ਕੰਬਣੀ ਫੜ ਲੈਂਦੀ ਹੈ। ਤੇ ਉਸ ਕੰਬਣੀ ਵਿੱਚ, ਉਸ ਭੈ ਵਿੱਚ ਬੰਦਾ ਚੰਗੀਆਂ ਚੰਗੀਆਂ ਗੱਲਾਂ ਸੋਚਦਾ ਹੈ। ਆਤਮਾ ਅਮਰ ਹੈ, ਅਸੀਂ ਤਾਂ ਭਗਵਾਨ ਦੇ ਅੰਸ਼ ਹਾਂ, ਅਸੀਂ ਤਾਂ ਬ੍ਰਹਮ ਸਰੂਪ ਹਾਂ,
ਇਹ ਸਭ ਬਕਵਾਸ ਦੀਆਂ ਗੱਲਾਂ ਹਨ ਤੇ ਉਹ ਖੁਦ ਨੂੰ ਧੋਖਾ ਦੇਣ ਤੋਂ ਵੱਧ ਨਹੀਂ ਹੈ। ਸੈਲਫ ਡਿਸੈਪਸ਼ਨ ਹੈ। ਇਹ ਮੌਤ ਤੋਂ ਡਰਿਆ ਹੋਇਆ ਬੰਦਾ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਦੁਹਰਾਉਂਦਾ ਹੈ ਕਿ ਆਤਮਾ ਅਮਰ ਹੈ। ਉਹ ਇਹ ਕਹਿ ਰਿਹਾ ਹੈ ਕਿ ਨਹੀਂ ਨਹੀਂ, ਮੈਨੂੰ ਨਹੀਂ ਮਰਨਾ ਪਏਗਾ, ਆਤਮਾ ਅਮਰ ਹੈ, ਪਰ ਅੰਦਰ ਪ੍ਰਾਣ ਕੰਬ ਰਹੇ ਹਨ ਤੇ ਉੱਪਰੋਂ ਕਹਿ ਰਿਹਾ ਹੈ ਕਿ ਆਤਮਾ ਅਮਰ ਹੈ। ਜੋ ਬੰਦਾ ਜਾਣਦਾ ਹੈ ਕਿ ਆਤਮਾ ਅਮਰ ਹੈ, ਉਹਨੂੰ ਇੱਕ ਵਾਰ ਵੀ ਇਹ ਦੁਹਰਾਉਣ ਦੀ ਲੋੜ ਨਹੀਂ ਕਿ ਆਤਮਾ ਅਮਰ ਹੈ, ਕਿਉਂਕਿ ਉਹ ਜਾਣਦਾ ਹੈ ਗੱਲ ਖਤਮ ਹੋ ਗਈ। ਪਰ ਇਹ ਮੌਤ ਤੋਂ ਡਰਨ ਵਾਲੇ ਲੋਕ ਮੌਤ ਤੋਂ ਡਰਦੇ ਹਨ, ਜ਼ਿੰਦਗੀ ਨੂੰ ਜਾਣ ਨਹੀਂ ਪਾਉਂਦੇ ਹਨ ਤੇ ਫਿਰ ਵਿਚਕਾਰੋਂ ਇੱਕ ਨਵੀਂ ਤਰਕੀਬ ਤੇ ਇੱਕ ਨਵਾਂ ਧੋਖਾ ਪੈਦਾ ਕਰਦੇ ਹਨ ਕਿ ਆਤਮਾ ਅਮਰ ਹੈ। ਇਸੇ ਲਈ ਤਾਂ ਆਤਮਾ ਨੂੰ ਅਮਰ ਮੰਨਣ ਵਾਲੇ ਲੋਕਾਂ ਤੋਂ ਵੱਧ ਮੌਤ ਤੋਂ ਡਰਨ ਵਾਲੀ ਕੌਮ ਲੱਭਣੀ ਮੁਸ਼ਕਿਲ ਹੈ। ਇਸ ਦੇਸ਼ ਵਿੱਚ ਹੀ ਇਹ ਦੁਰਭਾਗ ਵਾਪਰਿਆ ਹੈ। ਇਸ ਦੇਸ਼ 'ਚ ਆਤਮਾ ਦੀ ਅਮਰਤਾ ਮੰਨਣ ਵਾਲੇ ਸਭ ਤੋਂ ਵੱਧ ਲੋਕ ਹਨ ਧਰਤੀ ਉੱਤੇ, ਤੇ ਇਸ ਦੇਸ਼ 'ਚ ਮੌਤ ਤੋਂ ਡਰਨ ਵਾਲੇ ਕਾਇਰਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਇਹ ਦੋਵੇਂ ਗੱਲਾਂ ਇੱਕੋ ਵੇਲੇ ਕਿਵੇਂ ਹੋ ਗਈਆਂ? ਜੋ ਜਾਣਦੇ ਹਨ ਕਿ ਆਤਮਾ ਅਮਰ ਹੈ, ਉਹਨਾਂ ਲਈ ਤਾਂ ਮੌਤ ਹੋ ਗਈ ਖਤਮ, ਉਹਨਾਂ ਲਈ ਤਾਂ ਭੈ ਹੋ ਗਿਆ ਵਿਸਰਜਿਤ, ਉਹਨਾਂ ਨੂੰ ਤਾਂ ਹੁਣ ਕੋਈ ਮਾਰ ਨਹੀਂ ਸਕਦਾ। ਤੇ ਦੂਜੀ ਗੱਲ ਵੀ ਧਿਆਨ 'ਚ ਰੱਖ ਲੈਣਾ, ਨਾ ਉਹਨਾਂ ਨੂੰ ਕੋਈ ਮਾਰ ਸਕਦਾ, ਨਾ ਹੁਣ ਉਹ ਇਸ ਭਰਮ 'ਚ ਹੋ ਸਕਦੇ ਹਨ ਕਿ ਮੈਂ ਕਿਸੇ ਨੂੰ ਮਾਰ ਸਕਦਾ, ਕਿਉਂਕਿ ਮਾਰਨ ਦੀ ਘਟਨਾ ਹੀ ਖਤਮ ਹੋ ਗਈ। ਤੇ ਇਸ ਰਾਜ਼ ਨੂੰ ਸਮਝ ਲੈਣਾ ਜ਼ਰੂਰੀ ਹੈ। ਜੋ ਲੋਕ ਕਹਿਣਗੇ ਆਤਮਾ ਅਮਰ ਹੈ, ਉਹ ਮੌਤ ਤੋਂ ਡਰੇ ਹੋਏ ਹਨ ਤੇ ਦੁਹਰਾ ਰਹੇ ਹਨ ਕਿ ਆਤਮਾ ਅਮਰ ਹੈ। ਤੇ ਨਾਲ ਹੀ ਅਜਿਹੇ ਮੌਤ ਤੋਂ ਡਰਨ ਵਾਲੇ ਲੋਕ ਅਹਿੰਸਾ ਦੀ ਵੀ ਬਹੁਤ ਗੱਲ ਕਰਨਗੇ, ਇਸ ਲਈ ਨਹੀਂ ਕਿ ਉਹ ਕਿਸੇ ਨੂੰ ਮਾਰਨ, ਬਲਕਿ ਇਸ ਲਈ ਕਿ ਬਹੁਤ ਡੂੰਘਾਈ 'ਚ ਕੋਈ ਉਹਨਾਂ ਨੂੰ ਮਾਰਨ ਨੂੰ ਤਿਆਰ ਨਾ ਹੋ ਜਾਏ। ਦੁਨੀਆ ਅਹਿੰਸਕ ਹੋਣੀ ਚਾਹੀਦੀ ਹੈ। ਕਿਉਂ ਕਹਿਣਗੇ ਤਾਂ ਉਹ ਇਹੀ ਕਿ ਕਿਸੇ ਨੂੰ ਵੀ ਮਾਰਨਾ ਬੁਰਾ ਹੈ, ਪਰ ਬਹੁਤ ਡੂੰਘਾਈ 'ਚ ਉਹ ਕਹਿ ਰਹੇ ਹਨ ਕਿ ਕੋਈ ਮੈਨੂੰ ਮਾਰਨਾ ਸੁੱਟੇ। ਕਿਸੇ ਨੂੰ ਵੀ ਮਾਰਨਾ ਬੁਰਾ ਹੈ, ਪਰ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੌਤ ਹੁੰਦੀ ਨਹੀਂ, ਤਾਂ ਨਾ ਮਰਨ ਦਾ ਡਰ ਹੈ, ਨਾ ਮਾਰਨ ਦਾ ਡਰ ਹੈ, ਤੇ ਨਾ ਇਹ ਗੱਲਾਂ ਅਰਥਪੂਰਨ ਰਹਿ ਗਈਆਂ। ਕ੍ਰਿਸ਼ਨ ਨੇ ਕਿਹਾ ਅਰਜਨ ਨੂੰ, ਤੂੰ ਭੈਮਾਨ ਨਾ ਹੋ, ਕਿਉਂਕਿ ਤੂੰ ਜਿਨ੍ਹਾਂ ਨੂੰ ਸਾਹਮਣੇ ਖੜੇ ਦੇਖ ਰਿਹਾ ਹੈ ਉਹ ਬਹੁਤ ਵਾਰ ਰਹੇ ਹਨ ਪਹਿਲਾਂ ਵੀ। ਤੂੰ ਵੀ ਸੀ, ਮੈਂ ਵੀ ਸੀ, ਅਸੀਂ ਸਾਰੇ ਬਹੁਤ ਵਾਰ ਸੀ ਤੇ ਅਸੀਂ ਸਾਰੇ ਬਹੁਤ ਵਾਰ ਹੋਵਾਂਗੇ। ਜਗਤ ਵਿੱਚ ਕੁਝ ਵੀ ਨਸ਼ਟ ਨਹੀਂ ਹੁੰਦਾ, ਇਸ ਲਈ ਨਾ ਮਰਨ ਦਾ ਡਰ ਹੈ, ਨਾ ਮਾਰਨ ਦਾ ਡਰ ਹੈ। ਸਵਾਲ ਹੈ ਜ਼ਿੰਦਗੀ ਨੂੰ ਜੀਣ ਦਾ। ਤੇ ਜੋ ਮਰਨ ਤੇ ਮਾਰਨ ਦੋਹਾਂ ਤੋਂ ਡਰਦੇ ਹਨ, ਉਹ ਜ਼ਿੰਦਗੀ ਦੀ ਦ੍ਰਿਸ਼ਟੀ 'ਚ ਬਿਲਕੁਲ ਨਪੁੰਸਕ ਤੇ ਇੰਪੋਟੈਂਟ ਹੋ ਜਾਂਦੇ ਹਨ। ਜੋ ਨਾ ਮਰ ਸਕਦਾ ਹੈ, ਨਾ ਮਾਰ ਸਕਦਾ ਹੈ, ਉਹ ਜਾਣਦਾ ਹੀ ਨਹੀਂ ਕਿ ਜੋ ਹੈ ਉਹ ਨਾ ਮਾਰਿਆ ਜਾ ਸਕਦਾ ਹੈ, ਨਾ ਮਰ ਸਕਦਾ ਹੈ। ਕਿਹੋ ਜਿਹੀ ਜ਼ਿੰਦਗੀ ਹੋਏਗੀ ਉਹ ਦੁਨੀਆ ਜਿਸ ਦਿਨ ਸਾਰਾ ਜਗਤ ਜਾਣੇਗਾ ਕਿ ਅੰਦਰ ਤੋਂ ਕਿ ਆਤਮਾ ਅਮਰ ਹੈ? ਉਸ ਦਿਨ ਮੌਤ ਦਾ ਸਾਰਾ ਡਰ ਲੋਪ ਹੋ ਜਾਏਗਾ, ਉਸ ਦਿਨ ਮਰਨ ਦਾ ਭੈ ਵੀ ਲੋਪ ਹੋ ਜਾਏਗਾ, ਮਾਰਨ ਦੀ ਧਮਕੀ ਵੀ ਲੋਪ ਹੋ ਜਾਏਗੀ, ਉਸੇ ਦਿਨ ਜੰਗ ਲੋਪ ਹੋ ਜਾਣਗੇ। ਉਸ ਤੋਂ ਪਹਿਲਾਂ ਨਹੀਂ। ਜਦ ਤੱਕ ਬੰਦੇ ਨੂੰ ਲੱਗਦਾ ਹੈ ਕਿ ਮਾਰਿਆ ਜਾ ਸਕਦਾ ਹੈ, ਮਰ ਸਕਦਾ ਹਾਂ, ਤਦ ਤੱਕ ਦੁਨੀਆ ਤੋਂ ਜੰਗ ਲੋਪ ਨਹੀਂ ਹੋ ਸਕਦੀ। ਭਾਵੇਂ ਗਾਂਧੀ ਸਮਝਾਉਣ ਅਹਿੰਸਾ, ਤੇ ਭਾਵੇਂ ਬੁੱਧ, ਤੇ ਭਾਵੇਂ ਮਹਾਵੀਰ, ਭਾਵੇਂ ਸਾਰੀ ਦੁਨੀਆ 'ਚ ਅਹਿੰਸਾ ਦੇ ਕਿੰਨੇ ਹੀ ਪਾਠ ਪੜ੍ਹਾਏ ਜਾਣ, ਜਦ ਤੱਕ ਮਨੁੱਖ ਦੇ ਅੰਦਰ ਤੋਂ ਇਹ ਅਹਿਸਾਸ ਪੈਦਾ ਨਹੀਂ ਹੋ ਜਾਂਦਾ ਕਿ ਜੋ ਹੈ ਉਹ ਅੰਮ੍ਰਿਤ ਹੈ, ਤਦ ਤੱਕ ਦੁਨੀਆ 'ਚ ਯੁੱਧ ਬੰਦ ਨਹੀਂ ਹੋ ਸਕਦੇ। ਉਹ ਜਿਨ੍ਹਾਂ ਦੇ ਹੱਥਾਂ 'ਚ ਤਲਵਾਰਾਂ ਦਿਸਦੀਆਂ ਹਨ, ਇਹ ਨਾ ਸਮਝ ਲੈਣਾ ਕਿ ਉਹ ਬਹੁਤ ਬਹਾਦਰ ਲੋਕ ਹਨ। ਤਲਵਾਰ ਸਬੂਤ ਹੈ ਕਿ ਬੰਦਾ ਅੰਦਰੋਂ ਡਰਪੋਕ ਹੈ, ਕਾਇਰ ਹੈ, ਕਾਵਰਡ ਹੈ। ਚੁਰਾਹਿਆਂ ਤੇ ਜਿਨ੍ਹਾਂ ਦੀਆਂ ਮੂਰਤੀਆਂ ਬਣਾਉਂਦੇ ਆ, ਤਲਵਾਰ ਹੱਥ 'ਚ ਫੜੀ ਹੋਈ, ਉਹ ਕਾਇਰਾਂ ਦੀਆਂ ਮੂਰਤੀਆਂ ਹਨ। ਬਹਾਦਰ ਦੇ ਹੱਥ 'ਚ ਤਲਵਾਰ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਜਾਣਦਾ ਹੈ ਕਿ ਮਰਨਾ ਤੇ ਮਾਰਨਾ ਦੋਵੇਂ ਬੱਚਿਆਂ ਦੀਆਂ ਗੱਲਾਂ ਹਨ। ਪਰ ਇੱਕ ਅਨੋਖੀ ਠੱਗੀ ਬੰਦਾ ਪੈਦਾ ਕਰਦਾ ਹੈ। ਜਿਨ੍ਹਾਂ ਗੱਲਾਂ ਨੂੰ ਉਹ ਨਹੀਂ ਜਾਣਦਾ, ਉਹਨਾਂ ਗੱਲਾਂ ਨੂੰ ਵੀ ਉਹ ਇਸ ਤਰ੍ਹਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ। ਭੈ ਦੇ ਕਾਰਨ ਅੰਦਰ ਹੈ ਭੈ, ਅੰਦਰੋਂ ਜਾਣਦਾ ਹੈ ਕਿ ਮਰਨਾ ਪਏਗਾ। ਲੋਕ ਰੋਜ਼ਾਨਾ ਮਰ ਰਹੇ ਹਨ। ਅੰਦਰੋਂ ਦੇਖਦਾ ਹੈ ਕਿ ਸਰੀਰ ਕਮਜ਼ੋਰ ਹੋ ਰਿਹਾ ਹੈ, ਜਵਾਨੀ ਗਈ, ਬੁਢਾਪਾ ਆ ਰਿਹਾ ਹੈ। ਦੇਖਦਾ ਹੈ ਕਿ ਸਰੀਰ ਜਾ ਰਿਹਾ ਹੈ,
ਪਰ ਅੰਦਰ ਦੁਹਰਾ ਰਿਹਾ ਹੈ ਕਿ ਆਤਮਾ ਨੂੰ ਨਾ ਬੁਢਾਪਾ ਆਏਗਾ ਨਾ ਮਰੇਗੀ। ਉਹ ਆਪਣਾ ਵਿਸ਼ਵਾਸ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਿੰਮਤ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਨਾ ਘਬਰਾ, ਨਾ ਘਬਰਾ, ਮੌਤ ਤਾਂ ਹੈ ਪਰ ਨਹੀਂ। ਰਿਸ਼ੀ ਮੁਨੀ ਕਹਿੰਦੇ ਹਨ ਕਿ ਆਤਮਾ ਅਮਰ ਹੈ। ਮੌਤ ਤੋਂ ਡਰਨ ਵਾਲੇ ਲੋਕ ਅਜਿਹੇ ਰਿਸ਼ੀ ਮੁਨੀਆਂ ਦੇ ਆਸੇ-ਪਾਸੇ ਇਕੱਠੇ ਹੋ ਜਾਂਦੇ ਹਨ ਤੇ ਭੀੜ ਕਰ ਲੈਂਦੇ ਹਨ ਜੋ ਆਤਮਾ ਦੀ ਅਮਰਤਾ ਦੀਆਂ ਗੱਲਾਂ ਕਰਦੇ ਹਨ। ਮੌਤ ਵਿੱਚ ਹੁੰਦਾ ਕੀ ਹੈ? ਪ੍ਰਾਣਾਂ ਦੀ ਸਾਰੀ ਊਰਜਾ ਜੋ ਬਾਹਰ ਫੈਲੀ ਹੋਈ ਹੈ, ਪਸਰੀ ਹੋਈ ਹੈ, ਉਹ ਵਾਪਸ ਸੁੰਗੜਦੀ ਹੈ, ਆਪਣੇ ਕੇਂਦਰ ਤੇ ਪੁੱਜਦੀ ਹੈ। ਜੋ ਊਰਜਾ ਪ੍ਰਾਣਾਂ ਦੀ ਸਾਰੇ ਸਰੀਰ ਦੇ ਕੋਨੇ-ਕੋਨੇ ਤੱਕ ਫੈਲੀ ਹੋਈ ਹੈ, ਉਹ ਸਾਰੀ ਊਰਜਾ ਵਾਪਸ ਸੁੰਗੜਦੀ ਹੈ, ਬੀਜ ਵਿੱਚ ਵਾਪਸ ਪਰਤਦੀ ਹੈ। ਜਿਵੇਂ ਇੱਕ ਦੀਵੇ ਨੂੰ ਅਸੀਂ ਮੱਧਮ ਕਰਦੇ ਜਾਈਏ ਤਾਂ ਫੈਲਿਆ ਹੋਇਆ ਪ੍ਰਕਾਸ਼ ਸੁੰਗੜ ਜਾਏਗਾ, ਹਨੇਰਾ ਛਾਣ ਲੱਗੇਗਾ, ਪ੍ਰਕਾਸ਼ ਸੁੰਗੜ ਕੇ ਫਿਰ ਦੀਵੇ ਦੇ ਕੋਲ ਆ ਜਾਏਗਾ। ਜੇਕਰ ਅਸੀਂ ਹੋਰ ਮੱਧਮ ਕਰਦੇ ਜਾਈਏ, ਹੋਰ ਮੱਧਮ ਕਰਦੇ ਜਾਈਏ ਤਾਂ ਫਿਰ ਪ੍ਰਕਾਸ਼ ਬੀਜ ਰੂਪ ਵਿੱਚ ਅਣੂ ਰੂਪ 'ਚ ਸਮਾ ਜਾਏਗਾ, ਹਨੇਰਾ ਘੇਰ ਲਏਗਾ। ਪ੍ਰਾਣਾਂ ਦੀ ਜੋ ਊਰਜਾ ਫੈਲੀ ਹੋਈ ਹੈ ਜ਼ਿੰਦਗੀ ਦੀ, ਉਹ ਸੁੰਗੜਦੀ ਹੈ, ਵਾਪਸ ਆਉਂਦੀ ਹੈ ਆਪਣੇ ਕੇਂਦਰ ਉੱਤੇ। ਨਵੇਂ ਸਫ਼ਰ ਦੇ ਲਈ ਫਿਰ ਨਵਾਂ ਬੀਜ ਬਣਦੀ ਹੈ, ਫਿਰ ਅਣੂ ਬਣਦੀ ਹੈ। ਇਹ ਜੋ ਸੁੰਗੜਨਾ ਹੈ, ਇਸੇ ਸੁੰਗੜਨ ਨਾਲ, ਇਸੇ ਸੰਕੋਚਨ ਨਾਲ ਪਤਾ ਲੱਗਦਾ ਹੈ ਕਿ ਮਰਿਆ, ਮੈਂ ਮਰਿਆ। ਕਿਉਂਕਿ ਜਿਹਨੂੰ ਮੈਂ ਜ਼ਿੰਦਗੀ ਸਮਝਦਾ ਸੀ ਉਹ ਜਾ ਰਹੀ ਹੈ, ਸਭ ਵਿਛੜ ਰਿਹਾ। ਹੱਥ ਪੈਰ ਢਿੱਲੇ ਹੋਣ ਲੱਗੇ, ਸਾਹ ਗਵਾਚਣ ਲੱਗਿਆ, ਅੱਖਾਂ ਨੇ ਦੇਖਣਾ ਬੰਦ ਕਰ ਦਿੱਤਾ, ਕੰਨਾਂ ਨੇ ਸੁਣਨਾ ਬੰਦ ਕਰ ਦਿੱਤਾ। ਇਹ ਸਾਰੀਆਂ ਇੰਦਰੀਆਂ, ਇਹ ਸਾਰਾ ਸਰੀਰ ਤਾਂ ਕਿਸੇ ਊਰਜਾ ਦੇ ਨਾਲ ਜੁੜਿਆ ਹੋਣ ਦੇ ਕਾਰਨ ਜਿਉਂਦਾ ਸੀ। ਊਰਜਾ ਵਾਪਸ ਪਰਤਣ ਲੱਗੀ ਹੈ। ਦੇਹ ਤਾਂ ਮੁਰਦਾ ਹੈ, ਉਹ ਫਿਰ ਮੁਰਦਾ ਰਹਿ ਗਈ। ਘਰ ਦਾ ਮਾਲਕ ਘਰ ਛੱਡਣ ਦੀ ਤਿਆਰੀ ਕਰਨ ਲੱਗਿਆ। ਘਰ ਉਦਾਸ ਹੋ ਗਿਆ, ਸੁੰਨਾ ਹੋ ਗਿਆ। ਜਾਪਦਾ ਹੈ ਕਿ ਮਰਿਆ ਮੈਂ। ਮੌਤ ਦੀ ਇਸ ਘੜੀ 'ਚ ਪਤਾ ਲੱਗਦਾ ਹੈ ਕਿ ਮੈਂ ਜਾ ਰਿਹਾ, ਡੁੱਬ ਰਿਹਾ, ਖਤਮ ਹੋ ਰਿਹਾ। ਤੇ ਇਸ ਘਬਰਾਹਟ ਦੇ ਕਾਰਨ ਕਿ ਮੈਂ ਮਰ ਰਿਹਾ, ਇਸ ਚਿੰਤਾ ਤੇ ਉਦਾਸੀ ਦੇ ਕਾਰਨ, ਇਸ ਪੀੜ, ਇਸ ਐਂਗੁਇਸ਼ ਦੇ ਕਾਰਨ, ਇਹ ਐਂਗਜ਼ਾਇਟੀ ਕਿ ਮੈਂ ਮਰ ਰਿਹਾ, ਖਤਮ ਹੋ ਰਿਹਾ, ਉਹ ਇੰਨਾ ਵੱਧ ਫਿਕਰ ਪੈਦਾ ਕਰ ਦਿੰਦੀ ਹੈ ਮਨ ਵਿੱਚ ਕਿ ਉਸ ਮੌਤ ਦੇ ਅਹਿਸਾਸ ਨੂੰ ਵੀ ਜਾਣਨ ਤੋਂ ਵਾਂਝਾ ਰਹਿ ਜਾਂਦਾ ਹੈ। ਜਾਣਨ ਲਈ ਚਾਹੀਦੀ ਹੈ ਸ਼ਾਂਤੀ। ਹੋ ਜਾਂਦਾ ਹੈ ਇੰਨਾ ਸ਼ਾਂਤ ਕਿ ਮੌਤ ਨੂੰ ਨਹੀਂ ਜਾਣ ਪਾਉਂਦਾ। ਬਹੁਤ ਵਾਰ ਅਸੀਂ ਮਰ ਚੁੱਕੇ ਹਾਂ, ਅਨੰਤ ਵਾਰ, ਪਰ ਅਸੀਂ ਅਜੇ ਤੱਕ ਮੌਤ ਨੂੰ ਜਾਣ ਨਹੀਂ ਸਕੇ। ਕਿਉਂਕਿ ਹਰ ਵਾਰ ਜਦ ਮਰਨ ਦੀ ਘੜੀ ਆਈ ਹੈ ਤਦ ਫਿਰ ਅਸੀਂ ਇੰਨੇ ਉਤਾਵਲੇ ਤੇ ਬੇਚੈਨ ਤੇ ਪਰੇਸ਼ਾਨ ਹੋ ਗਏ ਕਿ ਉਸ ਬੇਚੈਨੀ ਤੇ ਪਰੇਸ਼ਾਨੀ ਵਿੱਚ ਕੀ ਜਾਣਨਾ, ਕਿਹੋ ਜਿਹਾ ਗਿਆਨ। ਹਰ ਵਾਰ ਮੌਤ ਆ ਕੇ ਲੰਘ ਗਈ ਹੈ ਸਾਡੇ ਆਸੇ ਪਾਸੇ ਤੋਂ, ਪਰ ਅਸੀਂ ਫਿਰ ਵੀ ਨਾ ਵਾਕਫ ਰਹਿ ਗਏ ਹਾਂ ਉਸ ਤੋਂ। ਨਹੀਂ, ਮਰਨ ਦੀ ਘੜੀ 'ਚ ਨਹੀਂ ਜਾਣਿਆ ਜਾ ਸਕਦਾ ਮੌਤ ਨੂੰ, ਪਰ ਆਯੋਜਿਤ ਮੌਤ ਹੋ ਸਕਦੀ ਹੈ। ਆਯੋਜਿਤ ਮੌਤ ਨੂੰ ਹੀ ਧਿਆਨ ਕਹਿੰਦੇ ਹਨ, ਯੋਗ ਕਹਿੰਦੇ ਹਨ, ਸਮਾਧੀ ਕਹਿੰਦੇ ਹਨ। ਸਮਾਧੀ ਦਾ ਇਹੀ ਅਰਥ ਹੈ ਕਿ ਜੋ ਘਟਨਾ ਮੌਤ ਵਿੱਚ ਆਪਣੇ ਆਪ ਵਾਪਰਦੀ ਹੈ, ਸਮਾਧੀ ਵਿੱਚ ਸਾਧਕ ਕੋਸ਼ਿਸ਼ ਤੇ ਯਤਨ ਨਾਲ ਸਾਰੇ ਜੀਵਨ ਦੀ ਊਰਜਾ ਨੂੰ ਸੰਗੋੜ ਕੇ ਅੰਦਰ ਲੈ ਜਾਂਦਾ ਹੈ। ਜਾਣਦਾ ਹੋਇਆ ਯਕੀਨਨ ਹੀ ਅਸ਼ਾਂਤ ਹੋਣ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਉਹ ਪ੍ਰਯੋਗ ਕਰ ਰਿਹਾ ਹੈ ਅੰਦਰ ਲੈ ਜਾਣ ਦਾ, ਚੇਤਨਾ ਨੂੰ ਸੰਗੋੜਨ ਦਾ। ਉਹ ਸ਼ਾਂਤ ਮਨ ਨਾਲ ਚੇਤਨਾ ਨੂੰ ਅੰਦਰ ਸੰਗੋੜਦਾ ਹੈ। ਜੋ ਮੌਤ ਕਰਦੀ ਹੈ ਉਹਨੂੰ ਉਹ ਖੁਦ ਕਰਦਾ ਹੈ। ਤੇ ਇਸ ਸ਼ਾਂਤੀ 'ਚੋਂ ਜਾਣ ਪਾਉਂਦਾ ਹੈ ਕਿ ਜੀਵਨ ਊਰਜਾ ਵੱਖਰੀ ਗੱਲ ਹੈ, ਸਰੀਰ ਵੱਖਰੀ ਗੱਲ ਹੈ। ਉਹ ਜੋ ਬੱਲਬ ਜਿਸ ਤੋਂ ਬਿਜਲੀ ਪ੍ਰਗਟ ਹੋ ਰਹੀ ਹੈ ਵੱਖਰੀ ਗੱਲ ਹੈ, ਤੇ ਉਹ ਜੋ ਬਿਜਲੀ ਪ੍ਰਗਟ ਹੋ ਰਹੀ ਹੈ ਉਹ ਵੱਖਰੀ ਹੈ। ਬਿਜਲੀ ਸੁੰਗੜ ਜਾਂਦੀ ਹੈ, ਬੱਲਬ ਨਿਰਜਿੰਦ ਹੋ ਕੇ ਪਿਆ ਰਹਿ ਜਾਂਦਾ ਹੈ। ਸਰੀਰ ਬੱਲਬ ਤੋਂ ਵੱਧ ਨਹੀਂ ਹੈ। ਜ਼ਿੰਦਗੀ ਉਹ ਬਿਜਲੀ ਹੈ, ਉਹ ਊਰਜਾ ਹੈ, ਉਹ ਐਨਰਜੀ ਹੈ, ਉਹ ਪ੍ਰਾਣ ਹੈ ਜਿਹਨੇ ਸਰੀਰ ਨੂੰ ਜਿਉਂਦਾ ਰੱਖਿਆ ਹੋਇਆ, ਗਰਮ ਰੱਖਿਆ ਹੋਇਆ, ਭਖਦਾ ਰੱਖਿਆ ਹੋਇਆ। ਸਮਾਧੀ ਵਿੱਚ ਸਾਧਕ ਮਰਦਾ ਹੈ ਖੁਦ, ਤੇ ਕਿਉਂਕਿ ਉਹ ਖੁਦ ਮੌਤ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਜਾਣ ਲੈਂਦਾ ਹੈ ਇਸ ਸੱਚ ਨੂੰ ਕਿ ਮੈਂ ਹਾਂ ਵੱਖ, ਸਰੀਰ ਹੈ ਵੱਖ। ਤੇ ਇੱਕ ਵਾਰ ਇਹ ਪਤਾ ਲੱਗ ਜਾਏ ਕਿ ਮੈਂ ਹਾਂ ਵੱਖ ਤਾਂ ਮੌਤ ਖਤਮ ਹੋ ਗਈ। ਤੇ ਇੱਕ ਵਾਰ ਇਹ ਪਤਾ ਲੱਗ ਜਾਏ ਕਿ ਮੈਂ ਹਾਂ ਵੱਖ ਤਾਂ ਜ਼ਿੰਦਗੀ ਦਾ ਅਹਿਸਾਸ ਸ਼ੁਰੂ ਹੋ ਗਿਆ।
ਮੌਤ ਦੀ ਸਮਾਪਤੀ ਤੇ ਜੀਵਨ ਦਾ ਅਨੁਭਵ ਇੱਕ ਹੀ ਹੱਦ ਤੇ ਹੁੰਦੇ ਹਨ, ਇਕੱਠੇ ਹੀ ਹੁੰਦੇ ਹਨ। ਜ਼ਿੰਦਗੀ ਨੂੰ ਜਾਣਿਆ ਕਿ ਮੌਤ ਗਈ, ਮੌਤ ਨੂੰ ਜਾਣਿਆ ਕਿ ਜ਼ਿੰਦਗੀ ਹੋਈ। ਜੇਕਰ ਠੀਕ ਤਰ੍ਹਾਂ ਸਮਝੀਏ ਤਾਂ ਇੱਕ ਹੀ ਚੀਜ਼ ਨੂੰ ਕਹਿਣ ਦੇ ਦੋ ਢੰਗ ਹਨ। ਇਹ ਇੱਕ ਹੀ ਦਿਸ਼ਾ ਵਿੱਚ ਸੰਕੇਤ ਕਰਨ ਵਾਲੇ ਦੋ ਇਸ਼ਾਰੇ ਹਨ। ਧਰਮ ਨੂੰ ਇਸੇ ਲਈ ਮੈਂ ਕਹਿੰਦਾ ਧਰਮ ਹੈ ਮੌਤ ਦੀ ਕਲਾ, ਉਹ ਹੈ ਆਰਟ ਆਫ ਡੈਥ। ਪਰ ਤੁਸੀਂ ਕਹੋਗੇ ਕਈ ਵਾਰ ਮੈਂ ਕਹਿੰਦਾ ਧਰਮ ਹੈ ਜ਼ਿੰਦਗੀ ਦੀ ਕਲਾ, ਆਰਟ ਆਫ ਲਿਵਿੰਗ। ਯਕੀਨਨ ਹੀ ਦੋਵੇਂ ਗੱਲਾਂ ਮੈਂ ਕਹਿੰਦਾ, ਕਿਉਂਕਿ ਜੋ ਮਰਨਾ ਜਾਣ ਲੈਂਦਾ ਹੈ ਉਹੀ ਜ਼ਿੰਦਗੀ ਨੂੰ ਜਾਣ ਪਾਉਂਦਾ ਹੈ। ਧਰਮ ਹੈ ਜ਼ਿੰਦਗੀ ਤੇ ਮੌਤ ਦੀ ਕਲਾ। ਜੇਕਰ ਜਾਣਨਾ ਹੈ ਕਿ ਜ਼ਿੰਦਗੀ ਕੀ ਹੈ ਤੇ ਮੌਤ ਕੀ ਹੈ, ਤਾਂ ਤੁਹਾਨੂੰ ਆਪਣੀ ਮਰਜ਼ੀ ਨਾਲ ਸਰੀਰ ਵਿੱਚੋਂ ਊਰਜਾ ਨੂੰ ਖਿੱਚਣ ਦੀ ਕਲਾ ਸਿੱਖਣੀ ਹੋਏਗੀ। ਤਦੇ ਤੁਸੀਂ ਜਾਣ ਸਕਦੇ ਹੋ, ਨਹੀਂ ਤਾਂ ਨਹੀਂ। ਤੇ ਇਹ ਊਰਜਾ ਖਿੱਚੀ ਜਾ ਸਕਦੀ ਹੈ। ਇਸ ਊਰਜਾ ਨੂੰ ਖਿੱਚਣਾ ਮੁਸ਼ਕਿਲ ਨਹੀਂ ਹੈ, ਇਸ ਊਰਜਾ ਨੂੰ ਖਿੱਚਣਾ ਸੌਖਾ ਹੈ। ਇਹ ਊਰਜਾ ਸੰਕਲਪ ਤੋਂ ਹੀ ਫੈਲਦੀ ਹੈ ਤੇ ਸੰਕਲਪ ਤੇ ਹੀ ਵਾਪਸ ਪਰਤ ਆਉਂਦੀ ਹੈ। ਇਹ ਊਰਜਾ ਸਿਰਫ ਸੰਕਲਪ ਦਾ ਵਿਸਥਾਰ ਹੈ, ਵਿਲ ਫੋਰਸ ਦਾ ਵਿਸਥਾਰ। ਸੰਕਲਪ ਅਸੀਂ ਕਰੀਏ ਤੇਜ਼ੀ ਨਾਲ, ਟੋਟਲ, ਸਮਗਰ, ਕਿ ਮੈਂ ਵਾਪਸ ਪਰਤਦਾ ਆਪਣੇ ਅੰਦਰ। ਸਿਰਫ ਅੱਧਾ ਘੰਟਾ ਵੀ ਕੋਈ ਇਸ ਗੱਲ ਦਾ ਸੰਕਲਪ ਕਰੇ ਕਿ ਮੈਂ ਵਾਪਸ ਪਰਤਣਾ ਚਾਹੁੰਦਾ, ਮੈਂ ਮਰਨਾ ਚਾਹੁੰਦਾ, ਮੈਂ ਡੁੱਬਣਾ ਚਾਹੁੰਦਾ ਆਪਣੇ ਅੰਦਰ, ਮੈਂ ਆਪਣੀ ਸਾਰੀ ਊਰਜਾ ਨੂੰ ਸੰਗੋੜ ਲੈਣਾ ਚਾਹੁੰਦਾ, ਤਾਂ ਕੁਝ ਹੀ ਦਿਨਾਂ 'ਚ ਉਹ ਇਸ ਅਨੁਭਵ ਦੇ ਨੇੜੇ ਪੁੱਜਣ ਲੱਗੇਗਾ ਕਿ ਊਰਜਾ ਸੁੰਗੜਨ ਲੱਗੀ ਹੈ ਅੰਦਰ। ਸਰੀਰ ਛੁੱਟ ਜਾਏਗਾ ਬਾਹਰ ਪਿਆ ਹੋਇਆ। ਕੋਈ 3 ਮਹੀਨੇ ਦਾ ਰਤਾ ਗੂੜਾ ਪ੍ਰਯੋਗ ਤੇ ਤੁਹਾਡਾ ਸਰੀਰ ਵੱਖ ਪਿਆ ਹੈ। ਇਹਨੂੰ ਦੇਖ ਸਕਦੇ ਹੋ, ਆਪਣਾ ਹੀ ਸਰੀਰ ਵੱਖ ਪਿਆ ਹੈ, ਇਹਨੂੰ ਵੇਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਅੰਦਰ ਤੋਂ ਨਜ਼ਰ ਆਏਗਾ ਕਿ ਮੈਂ ਵੱਖ ਖੜਾ ਅੰਦਰ, ਇੱਕ ਤੇਜਵਾਨ, ਇੱਕ ਜੋਤ ਵਾਂਗ, ਤੇ ਸਾਰਾ ਸਰੀਰ ਅੰਦਰੋਂ ਨਜ਼ਰ ਆ ਰਿਹਾ, ਜਿਵੇਂ ਕਿ ਮਕਾਨ ਹੈ। ਤੇ ਫਿਰ ਕੁਝ ਹੋਰ ਹਿੰਮਤ ਕੀਤੀ ਜਾਏ ਤਾਂ ਉਹ ਜੋ ਜਿਉਂਦੀ ਜੋਤ ਅੰਦਰ ਹੈ ਉਹਨੂੰ ਵੀ ਬਾਹਰ ਲਿਆਂਦਾ ਜਾ ਸਕਦਾ ਹੈ ਤੇ ਅਸੀਂ ਬਾਹਰ ਤੋਂ ਦੇਖ ਸਕਦੇ ਹਾਂ ਕਿ ਸਰੀਰ ਵੱਖ ਪਿਆ ਹੈ। ਧੰਨਵਾਦ।